ਐਵਰੀ ਸੰਡੇ ਮਿਲਦੇ ਹਾਂ 8 ਤੋਂ ਲੈ ਕੇ 9 ਵਜੇ ਤਾਈਂ। ਸਾਡੇ ਨਾਲ ਅੱਜ ਪ੍ਰੋਫੈਸਰ ਰਵੀ ਜਿਹੜੇ ਕਿ ਅੱਜ ਸਾਡੇ ਨਾਲ ਗੱਲ ਕਰਨਗੇ ਆਪਣੀ ਜਿਹੜੀ ਪ੍ਰੋਬਲਮਸ ਡੇਲੀ ਲਾਈਫ 'ਚ ਯਾਦ ਸ਼ਕਤੀ ਕਿਵੇਂ ਵਧਾਈਏ, ਆਪਣੀ ਦਿਮਾਗੀ ਪਾਵਰ ਕਿਵੇਂ ਵਧਾਈਏ। ਸਾਰੇ ਜੇ ਤੁਸੀਂ ਮੈਂਟਲੀ ਸਟਰੋਂਗ ਹੋਵੋਗੇ ਤਾਂ ਫਿਰ ਜ਼ਿੰਦਗੀ ਸਕਸੈਸਫੁਲ ਹੈ। ਜੇ ਤੁਸੀਂ ਮੈਂਟਲੀ ਪਾਵਰਫੁਲ ਨਹੀਂ ਹੋ ਤਾਂ ਫਿਰ ਪ੍ਰੋਬਲਮਸ ਆਉਣਗੀਆਂ। ਇਸ ਕਰਕੇ ਪ੍ਰੋਫੈਸਰ ਸਾਹਿਬ ਨਾਲ ਇਹਦੇ ਬਾਰੇ ਗੱਲ ਕਰਾਂਗੇ, ਆਪਣੀ ਯਾਦ ਸ਼ਕਤੀ, ਮੈਮਰੀ, ਮੈਂਟਲੀ ਕਿਵੇਂ ਜ਼ਿਆਦਾ ਹੋਰ ਸਟਰੋਂਗ ਹੋਈਏ, ਮੈਂਟਲ ਪਾਵਰਸ, ਯਾਦ ਸ਼ਕਤੀ ਇਹ ਕਿੱਦਾਂ ਵਧਾਈਏ। ਇਹਦੇ ਬਾਰੇ ਆਪਾਂ ਡਿਸਕਸ਼ਨ ਅੱਜ ਦਾ ਇਹ ਸਬਜੈਕਟ ਸੀ। ਹਾਂਜੀ ਪ੍ਰੋਫੈਸਰ ਸਾਹਿਬ। ਹਾਂਜੀ, ਮੇਰੀ ਆਵਾਜ਼ ਕਲੀਅਰ ਆ ਰਹੀ? ਬਿਲਕੁਲ ਹਾਂਜੀ, ਕਿਉਂਕਿ ਲਾਸਟ ਬਿਲਕੁਲ ਟਾਈਮ clear ਹੈ ਜੀ। ਬਹੁਤ ਪ੍ਰੋਬਲਮ ਆ ਰਹੀ ਸੀਗੀ ਨਾ ਮੇਰੀ ਆਵਾਜ਼। ਜਦੋਂ ਮੈਂ ਬਾਅਦ ਦੇ ਵਿੱਚ ਰਿਕਾਰਡਿੰਗ ਦੇਖੀ ਤਾਂ ਆਵਾਜ਼ ਬੜੀ ਮਤਲਬ ਸਹੀ ਨਹੀਂ ਸੀ ਆ ਰਹੀ, ਬੜੀ ਖਰਾਬ ਸੀ ਆਵਾਜ਼ ਆ ਰਹੀ ਵਿੱਚ। ਤੇ ਅੱਜ ਕਲੀਅਰ ਆ? ਨਹੀਂ ਤਾਂ ਫਿਰ ਮੈਂ ਨਾ ਇੱਥੋਂ ਬਿਲਕੁਲ ਕਲੀਅਰ ਹੈ। ਮੈਂ ਡਰਾਇੰਗ ਰੂਮ ਚੱਲ ਜਾਵਾਂਗਾ। ਨਹੀਂ ਤਾਂ ਹਾਂਜੀ ਹਾਂਜੀ ਬਿਲਕੁਲ ਕਲੀਅਰ ਹੈ। ਅੱਜ ਆਪਣਾ ਟੌਪਿਕ ਹੈਗਾ ਆਪਣਾ ਕਿ ਮੈਮਰੀ ਕਿਵੇਂ ਸ਼ਾਰਪ ਕੀਤੀ ਜਾਵੇ। ਦੇਖੋ, ਮੈਮਰੀ ਸ਼ਾਰਪ ਕਰਨ ਦੀਆਂ ਟੈਕਨੀਕਸ ਕਾਫੀ ਨੇ, ਬਟ ਮੈਂ ਕਿਉਂਕਿ ਜਿਹੜਾ ਆਪਣਾ ਅੱਜ ਦਾ ਲੈਕਚਰ ਆ ਇਹ ਸਾਰਿਆਂ ਲਈ ਆ। ਫੈਮਿਲੀ ਦਾ ਕੋਈ ਮੈਂਬਰ ਹੋ ਸਕਦਾ, ਵੈਦਰ ਉਹਦੀ ਏਜ ਜਿਹੜੀ ਆ 50+ ਹੋਵੇ, ਚਾਹੇ 40+ ਆ, ਚਾਹੇ ਉਹ ਟੀਨਏਜਰਸ ਨੇ, ਚਾਹੇ ਛੋਟੇ ਬੱਚੇ ਨੇ। ਮੈਂ ਕੁਛ ਇੱਕ ਤੁਹਾਨੂੰ ਟਿਪਸ ਇੱਦਾਂ ਦੇ ਦੇਣਾ ਚਾਹੂੰਗਾ ਜਿਹੜੇ ਕਿਸੇ ਨੂੰ ਵੀ, ਚਾਹੇ ਮੇਲ ਫੀਮੇਲ ਕਿਸੇ ਏਜ ਗਰੁੱਪ ਦਾ ਹੋਵੇ, ਜਿਹੜੇ ਬਿਲਕੁਲ ਘਰੇ ਬੜੀ ਆਸਾਨੀ ਨਾਲ ਆਪਣੀ ਮੈਮਰੀ ਸ਼ਾਰਪ ਕਰ ਸਕਦੇ ਆ। ਵੀ ਇੰਨੇ ਕੁ ਸਿੰਪਲ ਹੋਣਗੇ ਕਿ ਤੁਹਾਨੂੰ ਦੇਖਣ ਨੂੰ ਲੱਗੇਗਾ ਨਹੀਂ ਵੀ ਇਹ ਟਿਪਸ ਕੰਮ ਕਰਨਗੇ, ਬਟ ਉਹ ਟਿਪਸ ਜਿਹੜੇ ਨੇ ਬੜਾ ਵਧੀਆ ਰਿਜ਼ਲਟ ਦੇਣਗੇ ਤੁਹਾਨੂੰ। ਅਦਰਵਾਈਜ਼ ਬਹੁਤ ਟੈਕਨੀਕਸ ਨੇ, ਕਿਉਂਕਿ ਮੇਰਾ ਅੱਜ ਜਿਹੜਾ ਲੈਕਚਰ 7 AM ਵੀ ਹੈਗਾ ਇੱਥੇ ਮੋਗੇ, ਉਹਦੇ ਵਿੱਚ ਵੀ ਜਿਹੜਾ ਹੈ ਇਹਦੇ ਨਾਲ ਹੀ ਰਿਲੇਟਡ ਆ। ਉਹ ਬ੍ਰੇਨ ਦੀ ਥੋੜਾ ਬ੍ਰੇਨ ਨੂੰ ਇਹਦੇ 'ਚ ਆਪਾਂ ਮੈਮਰੀ ਦਾ ਇਕੱਲਾ ਪਾਰਟ ਲੈ ਰਹੇ ਹਾਂ, ਉਹ 'ਚ ਓਵਰਆਲ ਜਿਹੜੀ ਹੈਲਥ ਜਿਹੜੀ ਹੈਗੀ ਆ ਬ੍ਰੇਨ ਦੀ, ਜਿਵੇਂ ਸਟ੍ਰੈਸ ਹੋ ਜਾਂਦੀ ਆ ਜਾਂ ਹੋਰ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਸਾਨੂੰ, ਉਹਦੇ ਨਾਲ ਰਿਲੇਟਡ ਹੈਗਾ। ਤਾਂ ਮੈਮਰੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਬੜੀ ਸਿੰਪਲ ਜੀ ਗੱਲ ਆ ਕਿ ਜਦੋਂ ਅਸੀਂ ਆਪਣੀ ਬਾਡੀ ਨੂੰ ਫਿੱਟ ਕਰਨਾ ਹੁੰਦਾ ਤਾਂ ਅਸੀਂ ਉਹਦੇ ਲਈ 2 ਚੀਜ਼ਾਂ ਵੱਲ ਧਿਆਨ ਦਿੰਦੇ ਹਾਂ। ਇੱਕ ਤਾਂ ਦਿੰਦੇ ਹਾਂ ਡਾਈਟ ਵੱਲ, ਸੈਕੰਡ ਅਸੀਂ ਦਿੰਦੇ ਹਾਂ ਐਕਸਰਸਾਈਜ਼ ਵੱਲ। ਕਿਉਂਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਖੁਰਾਕ ਦੇ ਰਹੇ ਹੋ ਬੜੀ ਵਧੀਆ, ਬਹੁਤ ਵਧੀਆ ਖੁਰਾਕ ਦੇ ਰਹੇ ਹੋ, ਬਟ ਤੁਹਾਡੀ ਐਕਸਰਸਾਈਜ਼ ਨਹੀਂ ਹੈ, ਤਾਂ ਤੁਹਾਡੀ ਐਕਸਰਸਾਈਜ਼ ਤੋਂ ਬਿਨਾਂ ਬਾਡੀ ਫਿੱਟ ਨਹੀਂ ਹੋਏਗੀ। ਜਿਹੜੀ ਐਕਸਟਰਾ ਖੁਰਾਕ ਖਾ ਰਹੇ ਹੋ, ਵਧੀਆ ਡਾਈਟ ਲੈ ਰਹੇ ਹੋ, ਉਹ ਚਰਬੀ ਵਧਾਏਗੀ, ਪੇਟ ਵਧਾਊਗੀ, ਜਾਂ ਤੁਹਾਡੀ ਬਾਡੀ ਦੀ ਸ਼ੇਪ ਨੂੰ ਖਰਾਬ ਕਰੇਗੀ। ਕਿਉਂਕਿ ਉਹਦੇ ਨਾਲ ਤੁਸੀਂ ਪਰਟੀਕੂਲਰ ਇੱਕ ਐਕਸਰਸਾਈਜ਼ ਨਹੀਂ ਕਰ ਰਹੇ। ਤਾਂ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਉਸ ਦੇ ਰਿਜ਼ਲਟ ਜਿਹੜੇ ਨੇ ਉਹ ਡਬਲ ਟ੍ਰਿਪਲ ਗੁਣਾ ਵੱਧ ਕੇ ਮਿਲਦੇ ਨੇ, ਕਿਉਂਕਿ ਅਸੀਂ ਡਾਈਟ ਦੇ ਨਾਲ ਐਕਸਰਸਾਈਜ਼ ਕਰਦੇ ਹਾਂ। ਤਾਂ ਸੇਮ ਗੱਲ ਜਿਹੜੀ ਹੈ ਉਹ ਸਾਡੇ ਬ੍ਰੇਨ ਦੇ ਉੱਪਰ ਹੁੰਦੀ ਆ। ਤਾਂ ਬ੍ਰੇਨ ਦੀ ਡਾਈਟ ਦੀ ਗੱਲ ਨਹੀਂ ਆਪਾਂ ਕਰਾਂਗੇ ਕਿ ਬਦਾਮ ਖਾਓ, ਆ ਖਾਓ। ਅੱਜ ਆਪਾਂ ਗੱਲ ਕਰਾਂਗੇ ਉਹਨਾਂ ਐਕਸਰਸਾਈਜ਼ਸ ਦੀ ਜਿਹੜੀਆਂ ਕਰਕੇ ਤੁਸੀਂ ਐਕਸਰਸਾਈਜ਼ਸ ਆਪਣੀ ਜਿਹੜੀ ਹੈਗੀ ਆ ਮੈਮਰੀ ਜਾਂ ਬ੍ਰੇਨ ਦੀ ਪਾਵਰ ਉਹਨੂੰ ਸ਼ਾਰਪ ਕਰ ਸਕਦੇ ਹਾਂ। ਤਾਂ ਉਹ ਐਕਸਰਸਾਈਜ਼ਸ ਕਿਹੜੀਆਂ ਨੇ? ਐਕਚੁਅਲ ਦੇ ਵਿੱਚ ਅਸੀਂ ਕੀ ਕਰਦੇ ਆ, ਜਿਹੜੀ ਸਾਡੀ ਇੱਕ ਰੂਟੀਨ ਲਾਈਫ ਆ, ਬਚਪਨ ਤੋਂ ਅਸੀਂ ਜੋ ਸਿੱਖਿਆ ਤਾਂ ਅਸੀਂ ਉਸ ਰੂਟੀਨ ਲਾਈਫ ਦੇ ਅਕੋਰਡਿੰਗ ਹੀ ਚੱਲਦੇ ਹਾਂ। ਈਵਨ ਕਿ ਜੇਕਰ ਅਸੀਂ ਕਿਸੇ ਜਗ੍ਹਾ ਤੇ ਜਾਣਾ, ਮੰਨ ਲਓ ਮੈਂ ਮਾਰਕੀਟ ਜਾਣਾ, ਪਿਛਲੇ 15-20 ਸਾਲ ਤੋਂ ਜਿਹੜਾ ਰਸਤਾ ਮੈਂ ਆਪਣੇ ਘਰ ਤੋਂ ਬਾਜ਼ਾਰ ਦਾ ਚੂਜ਼ ਕੀਤਾ ਹੋਇਆ, ਮੈਂ 90% ਉਹੀ ਰਸਤੇ ਤੋਂ ਜਾਣਾ। ਇੱਕ ਰਸਤਾ ਨਹੀਂ ਹੋਏਗਾ ਤਾਂ 2 ਹੋਣਗੇ, ਉਹ ਵੀ ਇਸ ਲਈ ਵੀ ਕਈ ਵਾਰ ਕੋਈ ਟ੍ਰੈਫਿਕ ਆ, ਪਰ ਅਸੀਂ ਨਵੇਂ ਰਸਤੇ ਐਕਸਪਲੋਰ ਨਹੀਂ ਕਰਦੇ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਮੇਰੇ ਬ੍ਰੇਨ ਦੇ ਵਿੱਚ ਜਿਹੜੀਆਂ ਸੈਟਿੰਗਸ ਨੇ ਬਹੁਤ ਸਿੰਪਲ, ਮੈਂ ਨਿਊਰੋਨਸ ਦੀ ਭਾਸ਼ਾ ਦੇ ਵਿੱਚ ਨਹੀਂ ਗੱਲ ਕਰੂੰਗਾ ਜਾਂ ਇਹਦੇ ਕਿਹੜੇ ਪਾਰਟ ਨੇ, ਆਪਾਂ ਬਹੁਤ ਸਿੰਪਲ ਲਫ਼ਜ਼ਾਂ 'ਚ ਗੱਲ ਕਰਾਂਗੇ। ਕਿਹੜਾ ਬ੍ਰੇਨ ਆ ਉਹਦੇ ਵਿੱਚ ਜਿਹੜੀ ਮੈਮਰੀ ਆ ਉਹਦੇ ਵਿੱਚ ਉਹ ਚੀਜ਼ ਸਟੋਰ ਹੋ ਜਾਣੀ ਆ, ਉਹਦੇ ਵਿੱਚ ਉਹਦੀ ਪਿਕਚਰ ਬਣ ਜਾਣੀ ਆ ਕਿ ਮੈਂ ਜਾਣਾ ਬਸ ਆਹ ਰਸਤਾ ਚੂਜ਼ ਕਰਨਾ। ਵੀ ਫੋਰ ਐਗਜ਼ਾਮਪਲ ਜੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਵੀ ਜਿਸ ਏਰੀਆ 'ਚ ਮੈਂ ਰਹਿਣਾ, ਉੱਥੋਂ ਜਿਹੜੀ ਰੋਡ ਤੋਂ ਮੈਂ ਪਿਛਲੇ 15-20 ਸਾਲ ਤੋਂ ਜਾ ਰਿਹਾ, ਉਹੀ ਸੇਮ ਰੋਡ ਦੇ ਵਿੱਚ ਮੈਂ ਆਪਣਾ 2 ਵੀਲਰ ਜਾਂ ਕਾਰ ਜਿਹੜੀ ਹੈਗੀ ਆ ਮੋੜ ਲੈਣਾ, ਉਸ ਰਸਤੇ ਤੋਂ ਚੱਲ ਕੇ ਬਾਜ਼ਾਰ ਦੇ ਵਿੱਚ ਪਹੁੰਚ ਜਾਣਾ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਪਰਟੀਕੂਲਰ ਕੰਮ ਬਾਰ-ਬਾਰ ਕਰਦੇ ਹਾਂ ਤਾਂ ਸਾਡੀ ਮੈਮਰੀ ਜਿਹੜੀ ਆ ਉਹ ਪਰਟੀਕੂਲਰ ਉਨੀ ਕੁ ਹੀ ਡਿਵੈਲਪ ਹੁੰਦੀ ਆ। ਕਿਉਂਕਿ ਅਸੀਂ ਉਹਦੇ ਤੇ ਐਕਸਟਰਾ ਬਰਡਨ ਪਾਇਆ ਹੀ ਨਹੀਂ। ਤਾਂ ਅਸੀਂ ਰੂਟੀਨ ਲਾਈਫ ਤੋਂ ਹਟ ਕੇ ਕੁਝ ਕੰਮ ਕਰਨੇ ਆ ਜਿਨ੍ਹਾਂ ਦੇ ਨਾਲ ਜਿਹੜੇ ਉਹ ਪਾਰਟਸ ਬ੍ਰੇਨ ਦੇ ਜਿਹੜੇ ਪਹਿਲਾਂ ਨਹੀਂ ਡਿਵੈਲਪ ਵਰਡ ਯੂਜ਼ ਕਰ ਲਓ, ਜਾਂ ਜਿਨ੍ਹਾਂ ਨੂੰ ਅਸੀਂ ਨਹੀਂ ਯੂਜ਼ ਕਰਦੇ ਸੀਗੇ, ਅਸੀਂ ਉਹਨਾਂ ਨੂੰ ਯੂਜ਼ ਕਰਨਾ। ਜਦੋਂ ਅਸੀਂ ਉਹਨਾਂ ਨੂੰ ਯੂਜ਼ ਕਰਾਂਗੇ ਤਾਂ ਨਵੇਂ ਸੈੱਲ ਜਿਹੜੇ ਨੇ ਉਹ ਸਾਡੇ ਬਣਨਗੇ, ਜਾਂ ਕਹਿ ਲਓ ਬ੍ਰੇਨ ਦੇ ਮਸਲ ਬਣਨਗੇ। ਮੈਂ ਜਿਮ ਦੀ ਆਪਾਂ ਜਿਮ ਨੂੰ ਕੰਪੇਅਰ ਕਰਦੇ ਹਾਂ ਨਾ, ਕਿ ਜਿਮ ਦੇ ਵਿੱਚ ਅਸੀਂ ਮਸਲ ਬਣਾਉਂਦੇ ਹਾਂ, ਅਸੀਂ ਬ੍ਰੇਨ ਦੇ ਵੀ ਮਸਲਸ ਜਿਹੜੇ ਆ ਉਹ ਬਣਾਉਣੇ ਹੈਗੇ ਆ।
ਤਾਂ ਹੁਣ ਉਹ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਜਿਹੜੇ ਤੁਸੀਂ ਰੂਟੀਨ 'ਚ ਨਹੀਂ ਕਰਦੇ। ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਆ ਕਿ ਅਸੀਂ ਸਾਰੇ ਕੰਮ ਕਾਹਦੇ ਨਾਲ ਕਰਦੇ ਹਾਂ? ਅਸੀਂ ਆਪਣੇ ਹੈਂਡਸ ਨਾਲ ਕਰਦੇ ਹਾਂ, ਹੱਥਾਂ ਨਾਲ, ਠੀਕ ਹੈ ਜੀ। ਔਰ ਮੋਸਟਲੀ ਅਸੀਂ ਹੱਥ ਨਾਲ ਕਿਹੜੇ ਨਾਲ ਕੰਮ ਕਰਦੇ ਹਾਂ? 90% ਜਿਹੜੀ ਪਾਪੂਲੇਸ਼ਨ ਹੈਗੀ ਵਰਲਡ ਦੀ ਉਹ ਰਾਈਟ ਹੈਂਡਡ ਆ, ਠੀਕ ਹੈ ਜੀ। 9% ਜਿਹੜੇ ਲੋਕ ਨੇ ਉਹ ਲੈਫਟ ਹੈਂਡਡ ਨੇ, ਔਰ 1% ਅਪਰੋਕਸੀਮੇਟਲੀ ਲੋਕ ਜਿਹੜੇ ਨੇ ਉਹ ਦੋਨੋਂ ਹੱਥਾਂ ਨਾਲ ਕੰਮ ਕਰ ਲੈਂਦੇ ਨੇ, ਪਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਆ। ਇਹਦਾ ਮਤਲਬ ਕੀ ਹੋਇਆ ਕਿ 90% ਅਸੀਂ ਕਿਹੜਾ ਹੱਥ ਯੂਜ਼ ਕਰ ਰਹੇ ਹਾਂ? ਰਾਈਟ ਹੈਂਡ। ਹਾਂਜੀ ਜਾਂ ਦੂਸਰੇ 9% ਜਿਹੜੇ ਨੇ ਉਹ ਲੈਫਟ ਹੈਂਡ ਯੂਜ਼ ਕਰ ਰਹੇ ਨੇ। ਤਾਂ ਉਹ ਜਦੋਂ ਤੋਂ, ਜੇਕਰ ਕਿਸੇ ਦੀ ਏਜ 50 ਇਅਰਸ ਆ, ਤਾਂ 50 ਇਅਰਸ ਤੋਂ ਜਿਹੜਾ ਬੰਦਾ ਸੱਜੇ ਹੱਥ ਨਾਲ ਕੰਮ ਕਰਦਾ ਉਹ ਸੱਜੇ ਹੱਥ ਨਾਲ ਹੀ ਕੰਮ ਕਰਦਾ। ਤਾਂ ਉਸ ਦੀ ਜਿਹੜੀ ਤੁਹਾਨੂੰ ਇੱਕ ਲੈਕਚਰ 'ਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਨੂੰ ਜਿਹੜਾ ਦੋ ਪਾਰਟਸ ਨੇ ਬ੍ਰੇਨ ਦੇ, ਅਖਰੋਟ ਵਰਗੀ ਸ਼ੇਪ ਹੈਗੀ ਆ। ਤਾਂ ਜਿਹੜਾ ਲੈਫਟ ਸਾਈਡ ਤੇ ਅਸੀਂ ਕੰਮ ਕਰ ਰਹੇ ਹਾਂ ਉਹਦੀ ਡਾਇਰੈਕਸ਼ਨ ਰਾਈਟ ਸਾਈਡ ਤੋਂ ਆਉਂਦੀਆਂ ਨੇ, ਰਾਈਟ ਸਾਈਡ ਵਾਲੇ ਲੈਫਟ ਸਾਈਡ ਤੋਂ ਆਉਂਦੀਆਂ ਨੇ। ਤਾਂ ਅਸੀਂ ਜਦੋਂ ਸੱਜੇ ਹੱਥ ਨਾਲ ਕੰਮ ਕਰ ਰਹੇ ਹਾਂ ਤਾਂ ਬ੍ਰੇਨ ਦਾ ਇੱਕ ਪਰਟੀਕੂਲਰ ਪਾਰਟ ਜਿਹੜਾ ਹੈਗਾ ਉਹੀ ਡਾਇਰੈਕਸ਼ਨ ਦਿੰਦਾ ਹੈਗਾ ਸਾਨੂੰ, ਤੇ ਉਹ ਡਾਇਰੈਕਸ਼ਨ ਦੇ ਅਕੋਰਡਿੰਗ ਅਸੀਂ ਆਪਣਾ ਸੱਜਾ ਹੱਥ, ਜਿਵੇਂ ਹੁਣ ਮੈਂ ਆਹ ਵੇਖੋ ਖੱਬੇ ਹੱਥ ਨਾਲ ਚੁੱਕ ਲਈ ਚਾਹ, ਤੇ ਇਹ ਇੰਸਟਰਕਸ਼ਨ ਸਾਨੂੰ ਆਉਂਦੀਆਂ ਨੇ। ਤਾਂ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਹੁੰਦੀ ਆ ਕਿ ਤੁਸੀਂ ਮਾਰਨਿੰਗ ਦੇ ਜਿਹੜੇ ਪਹਿਲੇ ਕੰਮ ਆ, ਸਿਰਫ ਮਾਰਨਿੰਗ ਦੇ 2 ਕੰਮ, ਜ਼ਿਆਦਾ ਕੰਮ ਨਹੀਂ, ਉਹ ਤੁਸੀਂ ਉਲਟੇ ਹੱਥ ਨਾਲ ਕਰਨਾ। ਜੇ ਤੁਸੀਂ ਸੱਜੇ ਹੱਥ ਨਾਲ ਕੰਮ ਕਰਦੇ ਹੋ ਤਾਂ ਤੁਸੀਂ ਉਹ ਕੰਮ ਖੱਬੇ ਹੱਥ ਨਾਲ ਕਰਨਾ। ਸਭ ਤੋਂ ਪਹਿਲਾ ਕੰਮ ਅਸੀਂ ਕੀ ਕਰਦੇ ਹਾਂ? ਅਸੀਂ ਸਵੇਰੇ ਮਾਰਨਿੰਗ ਉੱਠਦੇ ਹਾਂ ਤੇ ਬ੍ਰਸ਼ ਕਰਦੇ ਹਾਂ। ਤਾਂ ਕੋਸ਼ਿਸ਼ ਕਰੋ ਜਿਹੜਾ ਬ੍ਰਸ਼ ਕਰਦੇ ਆ, ਆਪਾਂ ਹੁਣ ਸੱਜੇ ਹੱਥ ਤੋਂ ਸਿੰਪਲ ਕਰਨ ਲਈ ਆਪਾਂ ਸੱਜੇ ਹੱਥ ਦੇ ਨਾਲ ਚੱਲਾਂਗੇ। ਮਤਲਬ ਹੁਣ ਸੱਜੇ ਖੱਬੇ ਨਹੀਂ ਮੈਂ ਦੱਸੂਗਾ ਬਾਰ-ਬਾਰ, ਹੁਣ ਮੈਂ ਸੱਜੇ ਹੱਥ ਦੇ ਅਕੋਰਡਿੰਗ ਚੱਲੂਗਾ। ਤੁਸੀਂ ਜੇ ਲੈਫਟ ਹੈਂਡਡ ਹੋ ਤਾਂ ਆਪਣੇ ਆਪ ਉਸ ਚੀਜ਼ ਨੂੰ ਤੁਸੀਂ ਆਪਣੇ ਅਕੋਰਡਿੰਗ ਕਨਵਰਟ ਕਰ ਲਿਓ ਕਿ ਆਪਾਂ ਸੱਜੇ ਹੱਥ ਨਾਲ ਬ੍ਰਸ਼ ਕਰਦੇ ਹਾਂ ਡੇਲੀ, ਪਰ ਹੁਣ ਤੁਸੀਂ ਮਾਰਨਿੰਗ ਜਿਹੜਾ ਹੈਗਾ ਖੱਬੇ ਹੱਥ ਨਾਲ ਬ੍ਰਸ਼ ਕਰਨਾ। ਥੋੜੇ ਦਿਨ ਤੁਹਾਨੂੰ ਔਖਾ ਲੱਗੇਗਾ। ਜਦੋਂ ਤੁਸੀਂ ਉਹਨੂੰ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ, ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਰੂਟੀਨ ਲਾਈਫ ਦੇ ਵਿੱਚ ਜਿਹੜਾ ਰਸਤਾ ਚੂਜ਼ ਕੀਤਾ ਹੋਇਆ ਤਾਂ ਉੱਥੇ ਹੀ ਤੁਹਾਡੀ ਮੈਮਰੀ ਡਿਵੈਲਪ ਹੋਈ ਆ। ਜਦੋਂ ਤੁਸੀਂ ਖੱਬੇ ਨਾਲ ਯੂਜ਼ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਹਫ਼ਤੇ 10 ਦਿਨ ਬਾਅਦ ਤੁਹਾਡੀ ਮੈਮਰੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਬੜੀ ਸਿੰਪਲ ਚੀਜ਼ ਆ, ਵਿਸ਼ਵਾਸ ਕਰਨਾ ਬੜਾ ਔਖਾ। ਹੁਣ ਦੂਜਾ ਕੰਮ ਤੁਸੀਂ ਕੀ ਕਰਨਾ ਹੈਗਾ? ਜ਼ਿਆਦਾ ਕੰਮ ਨਹੀਂ ਕਰਨੇ। ਦੂਸਰਾ ਕੰਮ ਇਹ ਹੈ ਕਿ ਅਰਲੀ ਮਾਰਨਿੰਗ ਜੇ ਤੁਸੀਂ ਮੋਬਾਈਲ ਯੂਜ਼ ਕਰਦੇ ਹੋ ਤਾਂ ਤੁਸੀਂ ਉਹਦੇ ਉੱਪਰ ਜਿੰਨਾ ਆਪਾਂ ਯੂਜ਼ ਕਰਦੇ ਹਾਂ, ਟੱਚ ਕਰਦੇ ਆ, ਕੁਛ ਵੀ, ਤਾਂ ਅਸੀਂ ਮੋਸਟਲੀ ਸੱਜੇ ਹੱਥ ਨਾਲ ਕਰਦੇ ਹਾਂ। ਤੁਸੀਂ ਉਹ ਜਿਹੜੇ ਪਹਿਲੇ 10-15 ਮਿੰਟ ਤੇ ਜਾਂ ਜਦੋਂ ਵੀ ਤੁਸੀਂ ਸਟਾਰਟਿੰਗ ਯੂਜ਼ ਕਰਨਾ ਉਹਨੂੰ ਖੱਬੇ ਹੱਥ ਨਾਲ ਯੂਜ਼ ਕਰਨਾ। ਤੇ ਜੇ ਹੋ ਸਕੇ ਤਾਂ ਤੀਜਾ ਕੰਮ ਇੱਕ ਹੋਰ ਐਡ ਕਰ ਲਓ ਕਿ ਬ੍ਰੇਕਫਾਸਟ ਖੱਬੇ ਹੱਥ ਨਾਲ ਕਰੋ। ਬਸ ਇਸ ਤੋਂ ਜ਼ਿਆਦਾ ਤੁਸੀਂ ਕੁਛ ਨਹੀਂ ਕਰਨਾ। ਇੰਨੀ ਐਕਸਰਸਾਈਜ਼ ਜਿਹੜੀ ਆ ਪਹਿਲੀ, ਇਹ ਬੈਸਟ ਐਕਸਰਸਾਈਜ਼ ਆ ਔਰ ਬਹੁਤ ਸੌਖੀ ਐਕਸਰਸਾਈਜ਼ ਆ, ਪਰ ਭੁੱਲਣਾ ਨਹੀਂ। ਜੇ ਤੁਸੀਂ ਨਹੀਂ ਕਰ ਸਕਦੇ ਆਪਣੇ ਬੱਚੇ ਨੂੰ ਇਹ ਦੱਸ ਦਿਓ, ਜਿਹੜੇ ਬੱਚੇ ਪੜ੍ਹ ਰਹੇ ਨੇ, ਸਟੱਡੀ ਕਰ ਰਹੇ ਨੇ, ਉਹਨੂੰ ਬੱਚੇ ਨੂੰ ਕਹਿ ਦਿਓ ਵੀ ਕੁਛ ਨਹੀਂ ਕਰਨਾ, ਤਾਂ ਬਸ ਇਕੱਲਾ ਨਾ ਉਲਟੇ ਹੱਥ ਨਾਲ ਖੱਬੇ ਹੱਥ ਨਾਲ ਬ੍ਰਸ਼ ਕਰਨਾ ਸ਼ੁਰੂ ਕਰ ਦੇ। ਜੋ ਖੱਬੇ ਹੱਥ ਵਾਲਾ ਹੈਗਾ ਯੂਜ਼ ਕਰਦਾ ਤਾਂ ਉਹਨੂੰ ਕਹੇ ਸੱਜੇ ਹੱਥ ਨਾਲ ਬ੍ਰਸ਼ ਕਰਨਾ ਸ਼ੁਰੂ ਕਰ ਦੇ। ਤੁਸੀਂ ਆਪਣੇ ਆਪ ਦੇਖੋਗੇ ਕਿ ਬੱਚੇ ਦੀ ਮੈਮਰੀ ਜਿਹੜੀ ਆ, ਕਿਉਂਕਿ ਬੜੀ ਸਿੰਪਲ ਐਕਸਰਸਾਈਜ਼ ਹੈ, ਇਸ ਲਈ ਵਿਸ਼ਵਾਸ ਕਰਨਾ ਔਖਾ ਹੈਗਾ, ਕਿਉਂਕਿ ਪੰਜਾਬੀਆਂ ਨੂੰ ਟੈਬਲੇਟਸ ਦੀ ਆਦਤ ਹੁੰਦੀ ਹੈ ਵੀ ਗੋਲੀਆਂ ਦੇ ਦਿਓ ਤੇ ਗੋਲੀ ਖਾ ਕੇ ਦਿਮਾਗ ਵੱਧ ਜੇ। ਵੀ ਪੰਜਾਬੀ ਖਾਣ ਵਾਲੀ ਚੀਜ਼ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਵੀ ਖਾ ਕੇ ਚੀਜ਼ ਜਿਹੜੀ ਆ ਕੰਮ ਹੋ ਜੇ, ਵੀ ਖਾਣ ਨਾਲ ਬਿਮਾਰੀ ਠੀਕ ਹੋ ਜੇ, ਖਾਣ ਨਾਲ ਹੀ ਅਸੀਂ ਤਕੜੇ ਹੋ ਜਾਈਏ, ਖਾਣ ਨਾਲ ਹੀ ਸਾਡੇ ਕੰਮ ਹੋ ਜਾਣ, ਤੇ ਉਹ ਤੇ ਪੰਜਾਬੀਆਂ ਦਾ ਵਿਸ਼ਵਾਸ ਜ਼ਿਆਦਾ ਹੁੰਦਾ। ਤੇ ਇਸ ਕਰਕੇ ਇਹਦੇ ਤੇ ਵਿਸ਼ਵਾਸ ਕਰਨਾ ਬੜਾ ਔਖਾ ਵੀ ਖੱਬੇ ਹੱਥ ਨਾਲ ਬ੍ਰਸ਼ ਕਰਨ ਨਾਲ ਇਹੋ ਜਿਹੇ ਕਿਹੜੇ ਸੈੱਲ ਨਵੇਂ ਬਣਨਗੇ ਨਿਊਰੋਨਸ ਨੂੰ, ਜਿਹੜੇ ਰਿਸੈਪਟਰਸ ਨੇ। ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ, ਸਪੋਜ਼ ਕਰੋ ਕਿ ਮੈਂ ਆਪਣੀਆਂ ਉਂਗਲਾਂ ਨੇ ਇਹਨਾਂ ਦੇ ਨਾਲ ਕਿਸੇ ਗਰਮ ਚੀਜ਼ ਨੂੰ ਟੱਚ ਕੀਤਾ, ਤਾਂ ਸੈਕਿੰਡਸ ਦਾ ਵਰਡ ਬੜਾ ਵੱਡਾ ਹੈਗਾ ਟਾਈਮ। ਸੈਕਿੰਡਸ ਦੇ ਬਹੁਤ ਛੋਟੇ ਹਿੱਸੇ ਵਿੱਚ ਮੇਰੇ ਬ੍ਰੇਨ ਨੂੰ ਇੰਸਟਰਕਸ਼ਨ ਮਿਲ ਜਾਂਦੀ ਹੈ। ਮੈਂ ਇੱਕਦਮ ਮੰਨ ਲਓ ਮੇਰਾ ਕੱਪ ਹੈਗਾ, ਇਹ ਗਰਮ ਆ, ਆਇਆ ਹੱਥ ਲਾਇਆ, ਇੱਕਦਮ ਆਇਆ ਪਿੱਛੇ ਹੁੰਦਾ। ਇਟ ਮੀਨਸ ਕਿ ਇੱਥੋਂ ਜਿਹੜੀ ਹੈ ਮੈਸੇਜ ਗਿਆ ਇਹਨਾਂ ਟਿਪਸ ਤੋਂ, ਉਹ ਮੈਸੇਜ ਮੇਰੇ ਬ੍ਰੇਨ ਤੇ ਪਹੁੰਚ ਗਿਆ। ਔਰ ਤੁਸੀਂ ਨੋਟ ਕਰਿਓ ਕਿ ਸਭ ਤੋਂ ਜ਼ਿਆਦਾ ਜਿਹੜਾ ਸ਼ਾਰਪ, ਬੜੀ ਫਾਸਟ ਮੈਸੇਜ ਜਾਂਦਾ ਤਾਂ ਉਹ ਟਿਪਸ ਤੋਂ ਜਾਂਦਾ, ਬਾਡੀ ਦੇ ਕਿਸੇ ਵੀ ਹੋਰ ਪਾਰਟ ਬਿਨਾਂ। ਤੁਸੀਂ ਬਾਡੀ ਦੇ ਕੋਈ ਪਾਰਟਸ ਨੇ ਜਾਂ ਕੂਹਣੀਆਂ, ਕੋਈ ਪਾਰਟਸ ਨੇ, ਉਹਨਾਂ ਨਾਲੋਂ ਸਭ ਤੋਂ ਜ਼ਿਆਦਾ ਜਿਹੜਾ ਸੈਂਸਿਟਿਵ ਆ ਜਾਂ ਰਿਸੈਪਟਰਸ ਨੇ, ਅਪਰੋਕਸੀਮੇਟਲੀ 3000 ਰਿਸੈਪਟਰਸ ਕਹਿੰਦੇ ਦੇ ਟਿਪ ਦੇ ਉੱਤੇ ਹੁੰਦੇ ਨੇ, ਜਿਹੜੇ ਮੈਸੇਜ ਰਿਸੀਵ ਕਰਕੇ ਪਹੁੰਚਾਉਂਦੇ ਨੇ ਸਾਡੇ ਬ੍ਰੇਨ ਨੂੰ। ਤਾਂ ਇੱਥੇ ਜਿਹੜੀਆਂ ਉਂਗਲਾਂ ਦੇ ਨਾਲ ਐਕਸਰਸਾਈਜ਼ਸ ਨੇ ਉਹ ਬਹੁਤ ਜ਼ਿਆਦਾ ਇਫੈਕਟਿਵ ਨੇ। ਜੀ ਥੋੜਾ ਜਿਹਾ ਕਰ ਦਿਓ ਬੰਦ। ਹਾਂਜੀ, ਸਾਡਾ ਜੁਆਇਨ ਕਰ ਲਿਆ ਕੇਵਲ ਸਿੰਘ ਨੇ ਜੁਆਇਨ ਕੀਤਾ ਤੇ ਇੱਕ ਜਿਮ ਭਾਜੀ ਨੇ ਜੁਆਇਨ ਕੀਤਾ। ਹਾਂਜੀ ਕੇਵਲ ਸਿੰਘ ਹਾਂਜੀ, ਹੈਲੋ
ਹਾਂਜੀ ਸਤਿ ਹਾਊ ਸ੍ਰੀ ਇਜ਼ ਅਕਾਲ ਸਰ। ਐਵਰੀਬਾਡੀ? ਗੁੱਡ ਈਵਨਿੰਗ, ਸਤਿ ਸ੍ਰੀ ਗੁੱਡ ਅਕਾਲ। ਈਵਨਿੰਗ। ਤੇ ਜਿਮ ਭਾਜੀ ਨੇ ਵੀ ਜੁਆਇਨ ਕੀਤਾ ਹੋਇਆ ਜਿਮ। ਚਲੋ ਹਾਂਜੀ ਓਕੇ ਭਾਜੀ, ਕੰਟੀਨਿਊ ਰੱਖੋ। ਹਾਂਜੀ ਓਕੇ ਓਕੇ। ਅੱਛਾ, ਤੁਸੀਂ ਜਸਵੀਰ ਜੀ ਮਾੜਾ ਜਿਹਾ ਹੁੰਗਾਰਾ ਭਰਦੇ ਰਿਹਾ ਕਰੋ। ਮੈਨੂੰ ਕਦੇ ਹਾਂਜੀ ਮੈਨੂੰ ਪਤਾ ਨਹੀਂ ਲੱਗਦਾ ਕਿ ਵਿੱਚ ਆਪਣਾ ਲੈਕਚਰ ਚੱਲ ਰਿਹਾ ਕੋਈ ਹੈਗਾ ਸੁਣਦਾ ਕਿ ਨਹੀਂ ਸੁਣਦਾ? ਹਾਂਜੀ ਓਕੇ ਓਕੇ ਠੀਕ ਆ ਜੀ, ਠੀਕ ਆ, ਹੁਆਰਾ ਉਹ ਮਿਲੂਗਾ ਸ਼ਾਂਤ ਹੋ ਤੁਹਾਨੂੰ। ਜਾਂਦਾ ਨਾ, ਤਾਂ ਮੈਨੂੰ ਕਈ ਵਾਰੀ ਲੱਗਦਾ ਵੀ ਕਿਤੇ ਨੈਟ ਦਾ ਨਾ ਇਸ਼ੂ ਹੋਵੇ। ਹਾਂ ਓਕੇ, ਓਕੇ ਇੱਕ ਪਹਿਲੀ ਐਕਸਰਸਾਈਜ਼ ਆ ਠੀਕ ਆ ਜੀ, ਠੀਕ ਆ, ਠੀਕ ਆ। ਦੂਸਰੀ ਐਕਸਰਸਾਈਜ਼ ਉਹ ਵੀ ਜਿਹੜੀ ਹੈ ਫਿੰਗਰਸ ਨਾਲ ਰਿਲੇਟਡ ਹੈਗੀ ਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਜਿਹੜੇ ਇਹ ਫਿੰਗਰ ਟਿਪਸ ਨੇ, ਇਹਨਾਂ ਦੇ ਬਹੁਤ ਜਲਦੀ ਜਿਹੜਾ ਹੈ ਇੱਥੇ ਜਿਹੜੀ ਚੀਜ਼ ਨੂੰ ਮੈਸੇਜ ਜਿਹੜਾ ਮਿਲਦਾ ਹੈਗਾ, ਉਹ ਬੜੀ ਜਲਦੀ ਬ੍ਰੇਨ ਤੱਕ ਪਹੁੰਚਦਾ। ਤਾਂ ਅਸੀਂ ਇਹਨਾਂ ਦੀ ਪਾਵਰ ਜਿਹੜੀ ਹੈ ਇਸ ਨੂੰ ਇਨਕਰੀਜ਼ ਕਰਨਾ। ਤਾਂ ਇਸ ਨੂੰ ਇਨਕਰੀਜ਼ ਕਰਨ ਲਈ ਦੋ ਐਕਸਰਸਾਈਜ਼ਸ ਨੇ, ਬੜੀਆਂ ਸਿੰਪਲ। ਜਦੋਂ ਤੁਸੀਂ ਫ੍ਰੀ ਬੈਠੇ ਹੋ ਤਾਂ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਕੁਝ ਐਕਸਰਸਾਈਜ਼ਸ ਕਰਨੀਆਂ ਨੇ, ਜਿਨ੍ਹਾਂ ਨਾਲ ਤੁਸੀਂ ਆਪਣੇ ਬ੍ਰੇਨ ਨੂੰ, ਮੈਮਰੀ ਨੂੰ ਸ਼ਾਰਪ ਕਰ ਸਕਦੇ ਹੋ। ਪਹਿਲੀ ਐਕਸਰਸਾਈਜ਼ ਕੀ ਕਰਨੀ ਆ, ਆਹ ਤੁਹਾਡਾ ਹੈ ਅੰਗੂਠਾ, ਆਹ ਹੈ ਆਪਣੀਆਂ ਫਿੰਗਰਸ। ਇੱਥੋਂ ਇਹ ਸਮਝ ਲਓ ਆਹ ਪਾਰਟਸ ਜਿਹੜਾ ਹੈ, ਇੱਥੋਂ ਸਾਡੇ ਫਿੰਗਰਸ ਹੱਥ ਦੇ ਨਾਲ ਜਿਹੜੀਆਂ ਨੇ ਇੱਥੋਂ ਜੁੜੀਆਂ ਹੋਈਆਂ ਨੇ। ਤਾਂ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਆਹ ਫਿੰਗਰ ਆ, ਇੱਧਰ ਦੇਖੋ, ਇਹਨੂੰ ਦਬਾਉਣਾ। ਕਲੀਅਰ ਆ ਭਾਜੀ? ਹਾਂਜੀ ਇਹ ਪਿਕਚਰ ਹਾਂ ਕਲੀਅਰ ਆ ਰਹੀ ਨਾ? ਵੀਡੀਓ ਚ ਗੱਲ ਕਲੀਅਰ ਹੋ ਰਹੀ ਨਾ? ਹਾਂ ਦੇਖੋ ਮੈਂ ਓਕੇ, ਪਾਰਟ ਨੂੰ ਕਰ ਰਿਹਾ। ਏਦਾਂ ਦਬਾਉਣਾ। ਹਾਂਜੀ ਓਕੇ। ਇਹ ਕਿੰਨੇ ਚਿਰ ਵਾਸਤੇ ਦਬਾਉਣਾ ਪ੍ਰੋਫੈਸਰ? ਤੁਸੀਂ ਇਸ ਨੂੰ ਦਬਾਉਣਾ। ਓਕੇ ਆ ਰਹੀ ਆਵਾਜ਼ ਮੇਰੀ? ਹਾਂਜੀ ਹਾਂਜੀ। ਉਸ ਤੋਂ ਬਾਅਦ ਤੀਸਰੀ ਉਂਗਲ ਨੂੰ, ਉਸ ਤੋਂ ਬਾਅਦ ਚੌਥੀ ਉਂਗਲ ਕਰੀ ਜਾਣਾ ਦਬਾ ਕੇ। ਇਸ ਨੂੰ ਤੁਸੀਂ 15-20 ਤੋਂ ਲੈ ਕੇ 25 ਕੁ ਵਾਰੀ ਕਰਨਾ। ਇਹ ਕੋਈ ਬੰਦਿਸ਼ ਨਹੀਂ ਹੈ ਤੁਹਾਡੇ ਤੇ ਕਿ 15 ਵਾਰੀ ਕਰਨਾ, ਬਸ ਏਦਾਂ ਕਰ ਲਓ। ਕਰ ਲਿਆ? ਜਦੋਂ ਇਹ 15-20 ਵਾਰੀ ਹੋ ਗਿਆ ਤਾਂ ਫਿਰ ਤੁਸੀਂ ਦੂਜੀ ਐਕਸਰਸਾਈਜ਼ ਕਰਨੀ, ਉਹ ਵੀ 15-20 ਵਾਰੀ ਕਰਨੀ ਆ। ਆਹ ਟਿਪਸ ਨੂੰ ਦਬਾਉਣਾ ਸਾਰੀਆਂ ਫਿੰਗਰਸ ਦੇ। ਵੈਸੇ ਇਹ ਯੋਗਾ ਦੇ ਵਿੱਚ ਜਾਓਗੇ, ਤੁਸੀਂ ਯੋਗਾ ਵਾਲਿਆਂ ਨੂੰ ਦੇਖਿਆ ਹੋਣਾ ਕਿ ਉਹ ਏਦਾਂ ਬੈਠੇ ਹੁੰਦੇ ਨੇ। ਉਹਨਾਂ ਨੇ ਇੱਕ ਨਾ ਇੱਕ, ਮੈਂ ਮਤਲਬ ਉੱਚੇ ਹੱਥ ਕਰ ਰਿਹਾ, ਵੈਸੇ ਉਹਨਾਂ ਨੇ ਗੋਡਿਆਂ ਤੇ ਰੱਖੇ ਹੁੰਦੇ ਨੇ, ਨੀਜ਼ ਦੇ ਉੱਪਰ। ਉਹਨਾਂ ਨੇ ਇੱਕ ਨਾ ਇੱਕ ਪਾਰਟ ਦਬਾਇਆ ਹੁੰਦਾ, ਜਾਂ ਇਹ ਦਬਾਇਆ ਹੋਊ ਜਾਂ ਇਹ ਦਬਾਇਆ ਹੋਊ। ਇਹ ਯੋਗਾ ਦੇ ਅਕੋਰਡਿੰਗ, ਵੈਸੇ ਮੈਂ ਤੁਹਾਨੂੰ ਸਾਇੰਟੀਫਿਕ ਟੈਕਨੀਕ ਨਾਲ ਦੱਸ ਰਿਹਾ, ਇਹ ਸਿਮਿਲੈਰਿਟੀ ਯੋਗਾ ਦੇ ਵਿੱਚ ਉਹ ਇਸ ਨੂੰ ਗਿਆਨ ਮੁਦਰਾ ਕਹਿਣਗੇ। ਕਿਸੇ ਉਂਗਲ ਦੇ ਵਿੱਚ ਵਾਯੂ ਮੁਦਰਾ ਹੋਊਗੀ। ਮਤਲਬ ਉਹ ਅੱਡ ਅੱਡ ਮੁਦਰਾ ਕਹਿੰਦੇ ਆ ਵੀ ਜਿਹੜੇ ਨੂੰ ਤੁਸੀਂ ਐਕਟਿਵ ਕਰਨਾ ਬਾਡੀ ਦੇ ਪਾਰਟ ਨੂੰ, ਤਾਂ ਉਹ ਫਿੰਗਰ ਨੂੰ ਅੰਗੂਠੇ ਨਾਲ ਦਬਾਓ। ਪਰ ਅਸੀਂ ਯੋਗਾ ਨਹੀਂ ਕਰਨਾ ਇਹਦੇ ਵਿੱਚ। ਅਸੀਂ ਸਿੰਪਲ ਕੀ ਕਰਨਾ ਹੈਗਾ, ਬਸ ਇਹਨੂੰ ਦਬਾ ਲਿਆ, 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 ਇਹਨੂੰ ਦਬਾ ਲਿਆ। ਬਸ ਇਹ ਵੀ ਭਾਜੀ 10-15 ਵਾਰੀ ਕਰ। ਇਹ ਬਹੁਤ ਸਿੰਪਲ ਆ। ਤੁਸੀਂ ਬੈਠੇ ਹੋਏ ਕਿਤੇ, ਬੈਠੇ ਆ ਡਰਾਇੰਗ ਰੂਮ 'ਚ ਬੈਠੇ ਆ, ਕਿਤੇ ਬੈਠੇ ਆ, ਕਿਸੇ ਦੋਸਤ ਨੂੰ ਮਿਲਣ ਗਏ ਆ, ਬਸ ਬੈਠੇ ਕਰ ਲਿਆ। ਠੀਕ ਹੈ ਜੀ, ਆ ਕਰ ਲਿਆ ਬਸ। ਇਹ ਵੀ 15-20 ਵਾਰੀ ਕਰ ਲਿਆ। ਇਹ ਹੋ ਗਈ ਤੁਹਾਡੀ ਦੂਸਰੀ ਐਕਸਰਸਾਈਜ਼। ਹਾਂਜੀ, ਇੱਥੋਂ ਤੱਕ ਕਲੀਅਰ ਆ? ਹਾਂਜੀ ਮੈਂ ਸਮਰਾਈਜ਼ ਕਰਦਾ। ਤੁਸੀਂ ਦੱਸਿਆ ਕਿ ਜੇ ਤੁਸੀਂ ਲੈਫਟ ਹੱਥ ਨਾਲ ਕੰਮ, ਜੇ ਰਾਈਟ ਹੱਥ ਨਾਲ ਕੰਮ ਕਰਦੇ, ਟਰਾਈ ਟੂ ਯੂਜ਼ ਲੈਫਟ ਹੈਂਡ, ਜ਼ਿਆਦਾ ਵਰਤਣ ਦੀ ਜੋ ਕਰੋ। ਸਿਰਫ ਮਾਰਨਿੰਗ ਟਾਈਮ। ਇੱਕ ਮਾਰਨਿੰਗ ਗੱਲ ਜ਼ਰੂਰੀ ਹੈ, ਸਿਰਫ ਮਾਰਨਿੰਗ ਟਾਈਮ ਉਹ ਲੈਫਟ ਹੈਂਡ ਵਾਲਾ ਕੰਮ ਜਿਹੜਾ ਉਹ ਦਿਨੇ ਨਹੀਂ ਕਰਨਾ, ਕਿਉਂਕਿ ਦਿਨੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਤੁਸੀਂ ਰਾਈਟ ਹੈਂਡ ਯੂਜ਼ ਕਰਦੇ। ਸਿਰਫ ਮਾਰਨਿੰਗ ਦੇ ਜਿਹੜੇ 2-3 ਕੰਮ ਨੇ, ਸਭ ਤੋਂ ਜ਼ਿਆਦਾ, ਸਭ ਤੋਂ ਪਹਿਲਾ ਕੰਮ ਜਿਹੜਾ ਬ੍ਰਸ਼ ਕਰਨਾ, ਬਸ ਸਿਰਫ ਮਾਰਨਿੰਗ ਟਾਈਮ ਲੈਫਟ ਹੈਂਡ ਯੂਜ਼ ਕਰਨਾ। ਓਕੇ ਮਾਰਨਿੰਗ ਟਾਈਮ ਲੈਫਟ ਹੈਂਡ ਯੂਜ਼ ਕਰਨਾ। ਹਾਂਜੀ। ਤੇ ਦੂਸਰੀ ਐਕਸਰਸਾਈਜ਼ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈਗੀ ਆ ਕਿ ਇਹਨਾਂ ਨੂੰ ਦਬਾਉਣਾ, ਫਿਰ ਇਹਨਾਂ ਨੂੰ ਦਬਾਉਣਾ। ਠੀਕ ਹੈ ਜੀ, ਇਹ ਹੈਗੀ ਆ ਸੈਕੰਡ ਐਕਸਰਸਾਈਜ਼। ਹੁਣ ਅਸੀਂ ਤੀਸਰੀ ਗੱਲ ਵੱਲ ਚੱਲਦੇ ਹਾਂ। ਤੀਸਰੀ ਜਿਹੜੀ ਹੈ ਉਹ ਹੈ, ਇਹ ਐਕਸਰਸਾਈਜ਼ ਨੇ ਕਿ ਇੱਕ ਰਿਸਰਚ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਪਾਇਆ ਕਿ ਜੇਕਰ ਤੁਸੀਂ ਆਪਣੀ ਮੁੱਠੀ ਨੂੰ 90 ਸੈਕਿੰਡ ਬੰਦ ਕਰ ਲਓ, ਏਦਾਂ, ਅੱਛਾ 90 ਸੈਕਿੰਡ ਚੀਜ਼ ਨੂੰ ਯਾਦ ਕਰਦੇ ਹੋ। ਸਪੋਜ਼ ਕਰੋ ਕੋਈ ਤੁਸੀਂ ਚੀਜ਼ ਯਾਦ ਕਰਨੀ ਆ, ਉਹਨੂੰ ਯਾਦ ਕਰਨ ਦੇ ਟਾਈਮ 90 ਸੈਕਿੰਡ ਆਪਣੀ ਮੁੱਠੀ ਏਦਾਂ ਬੰਦ ਰੱਖ ਕੇ ਉਹਨੂੰ ਯਾਦ ਕਰਦੇ ਹੋ, ਤਾਂ ਉਹਦੀ ਜਿਹੜੀ ਤੁਹਾਡੀ ਯਾਦ ਕਰਨ ਦੀ ਜਿਹੜੀ ਸ਼ਕਤੀ ਹੈਗੀ ਆ, ਉਹ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੋ ਜਾਂਦੀ ਹੈ ਉਸ ਚੀਜ਼ ਨੂੰ ਯਾਦ ਰੱਖਣ ਦੀ। ਇਹ ਹੈਗੀ ਆ ਐਕਸਰਸਾਈਜ਼ 90 ਸੈਕਿੰਡਸ ਦੀ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਯਾਦ ਕਰਨਾ। ਓਕੇ,
ਇਹਦਾ ਮਤਲਬ ਇਹ ਨਹੀਂ ਹੈ ਕਿ ਯਾਦ ਕਰਨ ਵਾਲੇ ਵੈਸੇ ਵੀ ਕਦੇ-ਕਦੇ ਤੁਸੀਂ ਦਿਨ ਦੇ ਵਿੱਚ ਏਦਾਂ ਆਪਣੀ ਮੁੱਠੀ ਜਿਹੜੀ ਆ ਏਦਾਂ ਕਰਨੀ। ਓਕੇ, ਹੁਣ ਜਦੋਂ ਤੁਸੀਂ ਕਿਸੇ ਚੀਜ਼ ਨੂੰ ਯਾਦ ਕੀਤੀ ਨੂੰ ਰੀਕਾਲ ਕਰਨਾ, ਆਪਣੀ ਮੈਮਰੀ ਦੇ ਵਿੱਚੋਂ ਬਾਹਰ ਕੱਢਣਾ, ਉਹਨੂੰ ਯਾਦ ਕਰਨਾ, ਇਹ ਤਾਂ ਹੋਇਆ ਵੀ ਯਾਦ ਰੱਖਣ ਲਈ। ਹੁਣ ਜਿਹੜੀ ਯਾਦ ਰੱਖੀ ਹੋਈ ਚੀਜ਼ ਆ ਉਹਨੂੰ ਤੁਸੀਂ ਚੇਤੇ ਕਰਨਾ, ਤਾਂ ਤੁਸੀਂ ਜਿਹੜਾ ਆਹ ਹੈਂਡ ਆ ਲੈਫਟ ਹੈਂਡ, ਇਹਦੀ 90 ਸੈਕਿੰਡ ਜਿਹੜੀ ਆ ਫਿਰ ਮੁੱਠੀ ਬੰਦ ਕਰਨੀ ਆ। ਤਾਂ ਜਿਹੜੀ ਚੀਜ਼ ਤੁਸੀਂ ਪਹਿਲਾਂ ਯਾਦਾਸ਼ਤ ਵਿੱਚ ਪਈ ਆ ਉਹਨੂੰ ਰੀਕਾਲ ਕਰਨ ਦੇ ਵਿੱਚ ਇਹਦੇ ਨਾਲ ਬੜਾ ਆਸਾਨ ਹੋ ਜਾਂਦਾ ਹੈਗਾ ਮੈਮਰੀ ਦੇ ਵਿੱਚ ਉਸ ਚੀਜ਼ ਨੂੰ ਕਰਨਾ, ਜੇ 90 ਸੈਕਿੰਡ ਤੁਸੀਂ ਇਸ ਨੂੰ ਏਦਾਂ ਰੱਖ। ਠੀਕ ਹੈ, ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਐਕਸਰਸਾਈਜ਼ਸ ਕਰਨੀਆਂ ਨੇ, ਤੁਸੀਂ ਇਹਨਾਂ ਵਿੱਚੋਂ ਪਹਿਲੀ ਚੂਜ਼ ਕਰ ਲਓ, ਉਹ ਬੜੀ ਸੌਖੀ ਆ ਇਹ। ਪਰ ਮੈਂ ਬੱਚਿਆਂ ਦੇ ਐਂਗਲ ਤੋਂ ਦੱਸ ਰਿਹਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਣੀਆਂ ਨੇ ਤਾਂ ਬੱਚਿਆਂ ਨੂੰ ਹੋ ਸਕੇ ਤਾਂ ਸਾਰੀਆਂ ਹੀ ਐਕਸਰਸਾਈਜ਼ਸ ਜਿਹੜੀਆਂ ਉਹ ਦੱਸਿਓ। ਇਹ ਹੋ ਗਈ, ਇਹ ਸੀ ਤੁਹਾਡੀਆਂ ਐਕਸਰਸਾਈਜ਼ਸ ਜਿਹੜੀਆਂ ਆਪਾਂ ਮੇਨ ਕਰਨੀਆਂ ਨੇ। ਹੁਣ ਇੱਕ ਦੋ ਪੁਆਇੰਟਸ ਮੈਂ ਤੁਹਾਨੂੰ ਹੋਰ ਦੱਸੂਗਾ ਮੈਮਰੀ ਸ਼ਾਰਪ ਕਰਨ ਦੇ। ਇੱਕ ਬੜਾ ਇੰਟਰਸਟਿੰਗ ਪੁਆਇੰਟ ਹੈਗਾ ਕਿ ਜੇ ਤੁਸੀਂ ਆਪਣੀ ਮੈਮਰੀ ਸ਼ਾਰਪ ਕਰਨੀ ਆ ਤਾਂ ਚੌਪਸਟਿਕਸ ਨਾਲ ਖਾਣਾ ਸ਼ੁਰੂ ਕਰ। ਜਿਹੜੇ ਬੰਦੇ ਚੌਪਸਟਿਕਸ ਨਾਲ ਖਾਂਦੇ ਆ ਜਾਂ ਜਿਹੜੇ ਦੇਸ਼ ਚੌਪਸਟਿਕਸ ਨਾਲ ਖਾਂਦੇ ਆ, ਤੁਸੀਂ ਨੋਟ ਕਰਿਓ ਬੜੇ ਸ਼ਾਰਪ ਨੇ ਉਹ ਲੋਕ। ਜਦੋਂ ਤੁਸੀਂ ਚੌਪਸਟਿਕਸ ਨਾਲ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਕਨਸੈਂਟਰੇਟ ਕਰਨਾ ਪੈਂਦਾ ਉਹਦੇ ਉੱਪਰ। ਅਸੀਂ ਖਾਂਦੇ ਆ ਚਮਚ ਨਾਲ, ਚਮਚ ਨਾਲ ਖਾਣਾ ਬੜਾ ਈਜ਼ੀ ਆ। ਜਦੋਂ ਚੌਪਸਟਿਕਸ ਨਾਲ ਖਾਂਦੇ ਹੋ ਤੁਸੀਂ ਧਿਆਨ ਦਿਓ, ਮੈਂ ਚੌਪਸਟਿਕਸ ਹੁਣ ਨਹੀਂ ਰੱਖੀਆਂ ਕੋਲ, ਤਾਂ ਬੜੇ ਬਰੀਕੀ ਦੇ ਨਾਲ ਕਨਸੈਂਟਰੇਟ ਕਰਨਾ ਪੈਂਦਾ ਸਾਨੂੰ। ਤਾਂ ਉਸ ਟਾਈਮ ਜਿਹੜੀ ਸਾਡੀ ਕਨਸੈਂਟਰੇਸ਼ਨ ਬਣਦੀ ਆ ਉਹ ਇੰਨੀ ਜ਼ਬਰਦਸਤ ਐਕਸਰਸਾਈਜ਼ ਹੈਗੀ ਆ ਸਾਡੇ ਬ੍ਰੇਨ ਦੀ ਕਿ ਉਹ ਕੱਲੀ ਐਕਸਰਸਾਈਜ਼ ਹੀ ਬੰਦੇ ਨੂੰ ਦੂਜੇ ਬੰਦੇ ਨਾਲੋਂ ਕਈ ਗੁਣਾ ਉਹਦੀ ਮੈਮਰੀ ਨੂੰ ਸ਼ਾਰਪ ਕਰ ਦਿੰਦੀ ਆ। ਇਹਦਾ ਹੈਗਾ ਪਹਿਲਾ ਬੈਨੀਫਿਟ। ਦੂਜਾ ਬੈਨੀਫਿਟ ਇਹ ਆ ਕਿ ਜੇ ਤੁਸੀਂ ਚੌਪਸਟਿਕਸ ਨਾਲ ਖਾਂਦੇ ਹੋ ਤਾਂ ਤੁਹਾਨੂੰ ਖਾਣਾ ਡਾਈਜੈਸਟ ਹੋਣ ਦੇ ਚਾਂਸਸ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਂਦੇ। ਇਹ ਲੌਜੀਕਲ ਪੁਆਇੰਟ ਆ। ਇੱਕ ਦੋ ਵਾਰੀ ਮੈਂ ਟਰਾਈ ਕੀਤਾ, ਆਪਣਾ ਚਾਈਨੀਜ਼ ਸਟੋਰ ਤੇ ਗਏ ਸੀ, ਚੌਪਸਟਿਕ ਨਾਲ ਖਾਣ ਦਾ, ਉਹ ਤਾਂ ਅਸੀਂ ਤੇ ਚਮਚੇ ਨਾਲ ਹੀ ਲੱਗਿਆ ਸੀ, ਫਿਰ ਗੱਲ ਬਣ ਗਈ। ਹਾਂਜੀ, ਉਹਦੀਆਂ ਨਾ ਮੈਂ ਦੱਸਦਾ, ਮੇਰੇ ਕੋਲ ਪਈਆਂ ਨੇ। ਇੱਕ ਜਿਹੜੀਆਂ ਟ੍ਰੇਨਿੰਗ ਵਾਲੀਆਂ ਚੌਪਸਟਿਕਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਟ੍ਰੇਨਿੰਗ ਵਾਲੀਆਂ। ਇੱਕ ਬੱਚਿਆਂ ਲਈ ਹੁੰਦੀਆਂ ਨੇ, ਉਹਦੇ ਵਿੱਚ ਕੀ ਹੁੰਦਾ ਉਹ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਨੇ, ਤੇ ਜਿੱਥੇ ਅਸੀਂ ਉਂਗਲਾਂ ਪਾਉਣੀਆਂ ਨੇ ਉੱਥੇ ਉਹਨਾਂ ਨੇ ਪਲਾਸਟਿਕ ਦਾ ਜਾਨੀ ਕਿ ਰਿੰਗ ਜੀ ਬਣਾਈ ਹੁੰਦੀ, ਤੁਸੀਂ ਉਹਨਾਂ ਵਿੱਚ ਉਂਗਲਾਂ ਫਸਾ ਸਕਦੇ ਹੋ। ਠੀਕ ਹੈ ਜੀ। ਦੂਜੀਆਂ ਚੌਪਸਟਿਕਸ ਹੁੰਦੀਆਂ ਨੇ ਉਹ ਕੱਲੀਆਂ ਜੁੜੀਆਂ ਹੁੰਦੀਆਂ ਨੇ, ਮੇਰੇ ਕੋਲ ਪਈਆਂ ਨੇ, ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਤੇ ਉਹਦੇ ਵਿੱਚ ਕੀ ਆ ਕਿ ਈਜ਼ੀ ਹੋ ਜਾਂਦਾ ਕਿ ਤੁਹਾਡੇ ਹੱਥ ਦੇ ਵਿੱਚੋਂ ਜਿਵੇਂ ਤਾਂ ਦੋ ਅਲੱਗ-ਅਲੱਗ ਨੇ, ਉਹ ਤਾਂ ਔਖੀਆਂ ਨੇ। ਜਿਹੜੀ ਐ ਜੁੜੀ ਹੋਈ ਆ ਉਹਨੂੰ ਤੁਸੀਂ ਬਸ ਜਸਟ ਐਂ ਕਰਨਾ, ਉਹ ਹੋਰ ਈਜ਼ੀ ਹੋ ਜਾਂਦਾ। ਉਹ ਟ੍ਰੇਨਿੰਗ ਵਾਲੀਆਂ ਨੇ, ਜਾਂ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਉਹਦੇ ਵਿੱਚ ਯੂਜ਼ ਕਰ ਸਕਦੇ ਹੋ। ਚੌਪਸਟਿਕਸ ਆਪਣੇ ਸਾਰੇ ਤਰ੍ਹਾਂ ਦੀਆਂ, ਤਿੰਨੋਂ ਤਰ੍ਹਾਂ ਦੀਆਂ। ਅੱਛਾ, ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਤੁਸੀਂ ਚੌਪਸਟਿਕਸ ਨਾਲ ਖਾਂਦੇ ਹੋ, ਇੱਕ ਤਾਂ ਤੁਸੀਂ ਸਲੋ ਖਾਂਦੇ ਹੋ ਥੋੜਾ ਜੋ ਸਿੱਖਦੇ ਹੋ, ਇੱਕ ਤੁਹਾਨੂੰ ਉਹਦੇ ਤੇ ਕਨਸੈਂਟਰੇਟ ਕਰਨਾ ਪੈਂਦਾ। ਤੁਸੀਂ ਨੋਟ ਕਰਿਓ ਕਿ ਜਦੋਂ ਕਈ ਲੋਕਾਂ ਨੂੰ ਖਾਣਾ ਡਾਈਜੈਸਟ ਨਹੀਂ ਹੁੰਦਾ, ਕਿਉਂਕਿ ਮੈਂ ਨਿਊਟ੍ਰੀਸ਼ਨ ਦੇ ਉੱਤੇ ਵੀ ਕੰਮ ਕਰ ਰਿਹਾ, ਤਾਂ ਉਹਦਾ ਕਾਰਨ ਹੁੰਦਾ ਕਿ ਉਹਨਾਂ ਦਾ ਖਾਣਾ ਖਾਂਦੇ ਟਾਈਮ ਖਾਣੇ ਵਿੱਚ ਪੂਰਾ ਧਿਆਨ ਨਹੀਂ ਹੁੰਦਾ, ਤਾਂ ਉਹਦੇ ਕਰਕੇ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ। ਪਰ ਜਦੋਂ ਤੁਸੀਂ ਚੌਪਸਟਿਕਸ ਨਾਲ ਖਾਓਗੇ ਤਾਂ ਤੁਹਾਨੂੰ ਪੂਰਾ ਧਿਆਨ ਦੇਣਾ ਪਊਗਾ ਇਹਦੇ ਉੱਪਰ, ਖਾਣੇ ਦੇ ਉੱਪਰ। ਤਾਂ ਉਹ ਖਾਣਾ ਜਿਹੜਾ ਹੈ ਡਾਈਜੈਸਟ ਵੀ ਹੁੰਦਾ, ਔਰ ਤੁਸੀਂ ਖਾਣਾ ਸਲੋ ਖਾਂਦੇ ਹੋ। ਤਾਂ ਤੁਸੀਂ ਦੇਖਿਓ ਕਿ ਚੌਪਸਟਿਕਸ ਨਾਲ ਜੇ ਤੁਸੀਂ ਖਾਣਾ ਸ਼ੁਰੂ ਕਰ ਦਿੰਦੇ ਹੋ ਵੈਸੇ ਹੀ, ਤਾਂ ਤੁਸੀਂ ਪਤਲੇ ਹੋਣੇ ਸ਼ੁਰੂ ਹੋ ਜਾਓਗੇ, ਸਲਿਮ ਹੋਣੇ ਸ਼ੁਰੂ ਹੋ ਜਾਓਗੇ। ਚੌਪਸਟਿਕਸ ਨਾਲ ਬਹੁਤ ਚਾਂਸਸ ਘਟ ਜਾਂਦੇ ਨੇ ਜੇ ਆਪਾਂ ਖਾਈਏ। ਜਿਹੜਾ ਬਚਪਨ ਤੋਂ ਖਾ ਰਿਹਾ, ਆ ਵੇਖੋ, ਆ ਚੌਪਸਟਿਕਸ ਨੇ, ਇਹ ਤਾਂ ਨਾਰਮਲ ਨੇ। ਠੀਕ ਹੈ ਜੀ, ਇਹ ਨਾਰਮਲ ਵਾਲੀਆਂ ਹੋ ਗਈਆਂ। ਤੇ ਜਿਹੜੀਆਂ ਆਹ ਵਾਲੀਆਂ ਬੱਚਿਆਂ ਵਾਲੀਆਂ, ਆਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ ਹੈਗੀਆਂ ਫਿੰਗਰਸ ਜਿਹੜੀਆਂ ਨੇ, ਇਹਨਾਂ ਦੇ ਵਿੱਚ, ਇਹਦੇ ਵਿੱਚ ਬੱਚੇ ਵਾਲੇ ਸਾਈਜ਼ ਦੀਆਂ ਨੇ, ਆਪਣੀਆਂ ਫਿੰਗਰਸ ਨਹੀਂ ਆਉਂਦੀਆਂ। ਆਹ ਵੇਖੋ, ਇਹ ਵੀ ਇੱਥੋਂ ਜੁੜੀ ਹੋਈ ਆ। ਠੀਕ ਹੈ। ਹੁਣ ਆਹ ਹੈ ਤੀਸਰੀ ਤਰ੍ਹਾਂ ਦੀਆਂ, ਆਹ ਜਿਹੜੀਆਂ ਮੈਂ ਤੁਹਾਨੂੰ ਕਹੀਆਂ ਸੀ ਜੁੜੀਆਂ ਹੋਈਆਂ ਨੇ, ਇਹ ਵੱਡਿਆਂ ਦੇ ਲਈ। ਠੀਕ ਹੈ। ਪਰ ਇਹਦਾ YouTube ਦੇ ਉੱਤੇ ਇਹਦੀ ਟੈਕਨੀਕਸ ਪਈਆਂ ਨੇ, ਪਰਟੀਕੂਲਰ ਕਿੱਦਾਂ। ਸ਼ੁਰੂਆਤ ਵਿੱਚ ਤੁਹਾਨੂੰ ਸਿੱਖਣੀ ਪਊਗੀ ਟੈਕਨੀਕ ਕਿ ਕਿੱਥੇ ਕਿਹੜੀ ਉਂਗਲ ਰੱਖਣੀ ਆ, ਪਰ ਜਦੋਂ ਤੁਸੀਂ ਐਕਸਪਰਟ ਹੋ ਗਏ ਫਿਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਵੇਂ ਯੂਜ਼ ਕਰ ਰਹੇ ਹੋ, ਕਿਉਂਕਿ ਤੁਹਾਡੀ ਮੈਮਰੀ ਦੇ ਵਿੱਚ ਜਦੋਂ ਇਹ ਚੀਜ਼ ਸਟੋਰ ਹੋ ਗਈ ਨਾ, ਤਾਂ ਫਿਰ ਤੁਹਾਨੂੰ ਲੋੜ ਨਹੀਂ ਪੈਂਦੀਗੀ ਕਿ ਕਿੱਥੇ ਉਂਗਲ ਰੱਖਣੀ ਆ, ਕਿਹੜੀ ਆ। YouTube ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੱਥੇ ਕਿੱਥੇ ਜਿਹੜੀਆਂ ਨੇ ਫਿੰਗਰਸ ਰੱਖ ਕੇ ਪ੍ਰੈਸ਼ਰ ਬਣਾਉਣਾ ਹੈਗਾ, ਜੇਕਰ ਤੁਸੀਂ ਆਹ ਵਾਲੀਆਂ ਯੂਜ਼ ਕਰ ਰਹੇ ਹੋ, ਸਿੰਪਲ ਵਾਲੀਆਂ ਤਾਂ। ਠੀਕ ਹੈ। ਹਾਂਜੀ ਤੇ ਹਾਂਜੀ,
ਇਹਦੇ ਵਿੱਚ ਇਹ ਚੌਪਸਟਿਕਸ ਜਿਹੜੀਆਂ ਨੇ ਇਹ ਬੜੀ ਵਧੀਆ ਐਕਸਰਸਾਈਜ਼ ਹੈਗੀ ਆ। ਬੱਚਿਆਂ ਨੂੰ ਕਹੋ ਕਿ ਚੌਪਸਟਿਕਸ ਦੇ ਨਾਲ ਖਾਣ, ਜਾਂ ਤੁਸੀਂ ਵੀ ਖੁਦ ਚੌਪਸਟਿਕਸ ਨਾਲ ਖਾਣ ਦੀ ਕੋਸ਼ਿਸ਼ ਕਰੋ। ਔਰ ਇਹਦੇ ਨਾਲ, ਔਰ ਇਹਦੀ ਦੇਖੋ ਐਗਜ਼ਾਮਪਲ ਤੁਸੀਂ ਆਪ ਹੀ ਦੇਖ ਲਓ ਕਿ ਜੈਪਨੀਜ਼ ਲੋਕ ਨੇ, ਕੋਰੀਅਨ ਨੇ, ਚਾਈਨੀਜ਼ ਨੇ, ਉਹਨਾਂ ਦੇ ਦਿਮਾਗ ਕਿੰਨੇ ਸ਼ਾਰਪ ਆ। ਇਹ ਗੱਲ ਅਸੀਂ ਇਹ ਨਹੀਂ ਇਸ ਕਰਕੇ ਨਹੀਂ ਕਹਿੰਦੇ ਵੀ ਉਹਨਾਂ ਦੇ ਦਿਮਾਗ ਸ਼ਾਰਪ ਆ, ਉਹ ਤੇਜ਼ ਆ, ਅਸੀਂ ਤਾਂ ਕਹਿੰਦੇ ਆ। ਚੌਪਸਟਿਕਸ ਦੇ ਨਾਲ ਸਾਇੰਟੀਫਿਕਲੀ ਪ੍ਰੂਵਨ ਆ ਕਿ ਤੁਸੀਂ ਜੇ ਖਾਓਗੇ ਤਾਂ ਤੁਹਾਡਾ ਬ੍ਰੇਨ ਦੀ ਐਕਸਰਸਾਈਜ਼ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਐਕਸਰਸਾਈਜ਼ ਜਿਹੜੀ ਹੈਗੀ ਆ ਨੈਕਸਟ, ਬਟ ਇਹਨੂੰ ਅਸੀਂ ਐਕਸਰਸਾਈਜ਼ ਨਹੀਂ ਮੰਨਦੇ, ਇਹਨੂੰ ਤਾਂ ਤੁਸੀਂ ਇੰਜੋਏ ਕਰਦੇ ਹੋ ਵੀ ਨਵੀਂ ਚੀਜ਼ ਆ। ਜੇ ਤੁਸੀਂ ਸਿੱਖਦੇ ਹੋ ਇਹ ਚੀਜ਼, ਨਵੀਂ ਚੀਜ਼, ਇੱਕ ਤਾਂ ਤੁਹਾਡੀ ਇੱਕ ਨਵੀਂ ਚੀਜ਼ ਸਿੱਖਦੇ ਹੋ ਲਾਈਫ ਦੇ ਵਿੱਚ, ਤੁਸੀਂ ਨਾਲ ਨਾਲ ਉਹਨੂੰ ਇੰਜੋਏ ਕਰਦੇ ਹੋ। ਉਸ ਤੋਂ ਜਿਹੜੀ ਨੈਕਸਟ ਐਕਸਰਸਾਈਜ਼ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦਿਨ ਦੇ ਵਿੱਚ ਕੋਈ ਨਾ ਕੋਈ ਚੀਜ਼ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਆ। ਤਾਂ ਕਿਹੜੀ ਚੀਜ਼ ਨੂੰ? ਕਿਉਂਕਿ ਜਿਹੜਾ ਸਾਡਾ ਬ੍ਰੇਨ ਹੁੰਦਾ ਇਹ ਵਿਜ਼ੂਅਲ ਜਿਹੜੇ ਨੇ ਪਿਕਚਰਸ ਨੂੰ ਸਟੋਰ ਕਰਦਾ ਹੈਗਾ। ਜਿਹੜੀ ਚੀਜ਼ ਪਿਕਚਰਸ ਦੀ ਫਾਰਮ ਦੇ ਵਿੱਚ ਹੁੰਦੀ ਆ ਉਹ ਸਾਨੂੰ ਜਲਦੀ ਯਾਦ ਹੁੰਦੀ। ਫੋਰ ਐਗਜ਼ਾਮਪਲ ਤੁਹਾਨੂੰ ਬੁੱਕ ਦੇ ਵਿੱਚ ਕੋਈ ਸਟੋਰੀ ਹੋਵੇ, ਅਸੀਂ ਤੁਹਾਨੂੰ ਉਹ ਕਹਿੰਦੇ ਆ ਕਿ ਉਹਨੂੰ ਪੜ੍ਹੋ ਤੇ ਯਾਦ ਰੱਖੋ। ਬਟ ਉਹੀ ਸਟੋਰੀ ਜਦੋਂ ਫਿਲਮ ਦੇ ਰੂਪ ਦੇ ਵਿੱਚ, ਮੂਵੀ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਸਕਰੀਨ ਉੱਪਰ, ਤਾਂ ਸਾਨੂੰ ਕੋਈ ਨਹੀਂ ਕਹਿੰਦਾ ਯਾਦ ਰੱਖੋ, ਪਰ ਸਾਨੂੰ ਉਹ ਚੀਜ਼ ਯਾਦ ਰਹਿੰਦੀ ਆ। ਇਸੇ ਤਰ੍ਹਾਂ ਇੰਟਰਸਟਿੰਗ ਚੀਜ਼ਾਂ ਸਾਨੂੰ ਯਾਦ ਰਹਿੰਦੀਆਂ ਨੇ ਵੀ ਲਾਈਫ ਦੇ ਵਿੱਚ ਕੋਈ ਚੀਜ਼ ਇੰਟਰਸਟਿੰਗ ਹੋਈ ਆ ਜਿਹਨੂੰ ਤੁਸੀਂ ਪਸੰਦ ਕੀਤਾ, ਤੁਸੀਂ ਕਿਸੇ ਜਗ੍ਹਾ ਤੇ ਘੁੰਮਣ ਗਏ, ਫੋਰ ਐਗਜ਼ਾਮਪਲ ਤੁਸੀਂ ਕਿਸੇ ਦੇਸ਼ ਵਿੱਚ ਘੁੰਮਣ ਗਏ, ਤਾਂ ਉੱਥੇ ਤੁਹਾਨੂੰ ਸਾਰੀਆਂ ਗੱਲਾਂ ਯਾਦ ਰਹਿਣਗੀਆਂ ਕਿ ਅਸੀਂ ਉੱਥੇ ਗਏ ਸੀ, ਉੱਥੇ ਪਹਾੜ ਸੀਗੇ, ਉੱਥੇ ਏਦਾਂ ਕੀਤਾ। ਕਿਉਂਕਿ ਸਾਡਾ ਬ੍ਰੇਨ ਜਿਹੜਾ ਹੈ ਉਹ ਪਿਕਚਰਸ ਨੂੰ ਈਜ਼ੀਲੀ ਸਟੋਰ ਕਰਦਾ ਹੈਗਾ, ਐਕਸੈਪਟ ਕਰਦਾ ਹੈਗਾ। ਤਾਂ ਇਸ ਲਈ ਇੱਕ ਐਕਸਰਸਾਈਜ਼ ਤੁਸੀਂ ਕੀ ਕਰਨੀ ਹੈਗੀ ਆ ਕਿ ਡੇ ਟਾਈਮ ਦੇ ਵਿੱਚ ਕੋਈ ਵੀ ਇੱਕ ਪਰਟੀਕੂਲਰ ਪਲੇਸ ਜਾਂ ਪਰਟੀਕੂਲਰ ਪਰਸਨ, ਉਹਦੀਆਂ 2-4 ਚੀਜ਼ਾਂ ਨੂੰ ਯਾਦ ਰੱਖਣਾ। ਮੈਂ ਈਜ਼ੀ ਕਰ ਦਿੰਦਾ ਕਿ ਤੁਸੀਂ ਕਿਸੇ ਪਰਸਨ ਦੀਆਂ ਚੀਜ਼ਾਂ ਨੂੰ ਯਾਦ ਰੱਖਣਾ। ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ ਦੋਸਤ ਆ, ਉਹ ਤੁਹਾਨੂੰ ਅੱਜ ਮਿਲਿਆ, ਜਾਂ ਤੁਹਾਡਾ ਬੌਸ ਆ, ਜਾਂ ਤੁਹਾਡਾ ਕੁਲੀਗ ਆ, ਤੁਸੀਂ ਉਹਦੀਆਂ 4-5 ਚੀਜ਼ਾਂ ਨੋਟ ਕਰ ਲੈਣੀ। 4-5 ਚੀਜ਼ਾਂ ਵਿੱਚ ਕੀ ਆ ਕਿ ਇਹ ਨੋਟ ਕਰਨਾ ਵੀ ਅੱਜ ਇਹਨੇ ਕਿਹੜੇ ਕਲਰ ਦੀ ਸ਼ਰਟ ਪਾਈ। ਤੁਸੀਂ ਕੋਈ ਵੀ ਨੋਟ ਕਰ ਸਕਦੇ ਹੋ, ਸੌਖਾ ਕਰਨ ਲਈ ਮੈਂ ਕਹਿ ਦਿੰਦਾ। ਨੰਬਰ 2 ਦੇ ਉੱਤੇ ਤੁਸੀਂ ਦੇਖ ਲਿਓ ਕਿ ਉਹਨੇ ਸ਼ੂਜ਼ ਕਿਹੜੇ ਪਾਏ ਹੋਏ ਸੀ, ਜਾਂ ਉਹਨੇ ਗੌਗਲਸ ਕਿੱਦਾਂ ਦੀਆਂ ਲਗਾਈਆਂ ਹੋਈਆਂ ਸੀ, ਜਾਂ ਉਸ ਬੰਦੇ ਦੇ ਬੈਲਟ ਕਿੱਦਾਂ ਦੀ ਲਗਾਈ ਹੋਈ ਸੀ, ਜਾਂ ਕੋਈ ਵੀ ਚੀਜ਼ ਜੇ ਉਹ ਟਿਫਨ ਲੈ ਕੇ ਆਇਆ ਤਾਂ ਉਹਦਾ ਟਿਫਨ ਕਿੱਦਾਂ ਦਾ ਸੀ। 3-4 ਚੀਜ਼ਾਂ ਤੁਸੀਂ ਉਹਦੀਆਂ ਨਾ ਨੋਟ ਕਰਨੀਆਂ। ਜਦੋਂ ਤੁਸੀਂ ਚੀਜ਼ਾਂ ਨੋਟ ਕਰ ਲਈਆਂ ਤਾਂ ਦਿਨ ਦੇ ਵਿੱਚ 5-7 ਵਾਰ ਈਵਨਿੰਗ ਤੱਕ, ਸੌਣ ਟਾਈਮ ਤੱਕ ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਰੀਕਾਲ ਕਰਨਾ। ਮੰਨ ਲਓ ਮੈਂ ਮਾਰਨਿੰਗ ਯਾਦ ਕਰ ਲਿਆ ਕਿ ਮੇਰੇ ਇੱਕ ਫਰੈਂਡ ਨੇ ਅੱਜ ਸਕਾਈ ਬਲੂ ਕਲਰ ਦੀ ਸ਼ਰਟ ਪਾਈ ਸੀ ਤੇ ਉਹਦੇ ਨਾਲ ਉਹਨੇ ਜੀਨਸ ਪਾਈਆਂ ਹੋਈਆਂ ਸੀ। 2 ਚੀਜ਼ਾਂ ਹੋ ਗਈਆਂ। ਤੀਸਰਾ ਜਿਹੜਾ ਹੈ ਉਸਨੇ ਸ਼ੂਜ਼ ਜਿਹੜੇ ਪਾਏ ਸੀ, ਉਹਨੇ ਨਿਊ ਬੈਲੈਂਸ ਦੇ ਪਾਏ ਹੋਏ ਸੀਗੇ, ਸਪੋਰਟ ਸ਼ੂਜ਼ ਪਾਏ ਹੋਏ ਸੀਗੇ, ਇਹ ਵੀ ਮੈਂ ਯਾਦ ਕਰ ਲਿਆ। ਫਿਰ ਮੈਂ ਟਿਫਨ ਦੀ ਗੱਲ ਕੀਤੀ ਆ ਕਿ ਜਦੋਂ ਅਸੀਂ ਲੰਚ ਕੀਤਾ ਤੇ ਉਹ ਜਿਹੜੀ ਵੈਜੀਟੇਬਲ ਲੈ ਕੇ ਆਇਆ ਸੀਗਾ ਉਹ ਮੈਂ ਯਾਦ ਰੱਖ ਲਈ ਕਿ ਕਿਹੜੀ ਲੈ ਕੇ ਆਇਆ ਸੀਗਾ ਚਪਾਤੀ ਦੇ ਨਾਲ। ਇਹ 4 ਚੀਜ਼ਾਂ ਮੈਂ ਯਾਦ ਰੱਖ ਲਈਆਂ। ਤਾਂ ਮੈਂ ਫਿਰ ਦਿਨ ਦੇ ਕਈ ਟਾਈਮ ਇਹਨਾਂ ਨੂੰ ਰੀਕਾਲ ਕਰਨਾ ਕਿ ਫਲਾਣੇ ਬੰਦੇ ਨੇ ਅੱਜ ਜਿਹੜੀਆਂ ਮੈਂ 4 ਚੀਜ਼ਾਂ ਨੋਟ ਕੀਤੀਆਂ ਸੀ, ਫਿਰ ਯਾਦ ਕਰਨਾ ਕਿ ਉਹਦੀ ਸ਼ਰਟ ਜਿਹੜੀ ਸੀ ਉਹ ਸਕਾਈ ਬਲੂ ਕਲਰ ਦੀ ਸੀ, ਉਹਦੀ ਪੈਂਟ ਕਿਹੜੀ ਸੀ, ਉਹਦੇ ਸ਼ੂਜ਼ ਕਿਹੜੇ ਸੀ, ਉਹ ਮੈਂ ਯਾਦ ਕਰਨੀਆਂ ਨੇ। ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹੋ ਇੱਕ ਪਰਟੀਕੂਲਰ ਬੰਦੇ ਦੀਆਂ, ਇਹ ਥੋੜੇ ਦਿਨ ਤੁਸੀਂ ਅਲੱਗ-ਅਲੱਗ ਬੰਦਿਆਂ ਤੇ ਕਰਨਾ ਐਕਸਪੈਰੀਮੈਂਟ। ਉਸ ਤੋਂ ਬਾਅਦ ਤੁਸੀਂ ਕੋਈ ਹੋਰ ਚੀਜ਼ ਵੱਲ ਮੂਵ ਕਰ ਜਾਓ। ਜਿਵੇਂ ਰਸਤੇ ਵਿੱਚ ਕੋਈ ਚੀਜ਼ਾਂ ਆਉਂਦੀਆਂ ਨੇ, ਯਾਦ ਰੱਖਣੀਆਂ ਨੇ ਤੁਸੀਂ ਕਿ ਜਦੋਂ ਮੈਂ ਰਸਤੇ 'ਚ ਗਿਆ ਸੀ, ਜਿਵੇਂ ਤੁਸੀਂ ਕੋਈ ਟਰੱਕਿੰਗ ਦਾ ਬਿਜ਼ਨਸ ਆ ਜਾਂ ਟਰੱਕ ਤੇ ਜਾਂਦੇ ਹੋ, ਕਿ ਪੰਪ ਤੇ ਆਹ ਚੀਜ਼ ਸੀ, ਅੱਗੇ ਗਿਆ ਉੱਥੇ ਆਹ ਚੀਜ਼ ਸੀ। 5-7 ਚੀਜ਼ਾਂ ਯਾਦ ਰੱਖੋ ਤੁਸੀਂ, ਚੀਜ਼ਾਂ ਬਦਲਦੇ ਰਹੋ, ਪਰ ਬ੍ਰੇਨ ਦੀ ਐਕਸਰਸਾਈਜ਼ ਕਰਵਾਓ। ਜਦੋਂ ਤੁਸੀਂ ਉਹਨਾਂ ਨੂੰ ਦਿਨ 'ਚ ਕਈ ਵਾਰ ਫਿਰ ਯਾਦ ਕਰਦੇ ਹੋ, ਰਾਤ ਨੂੰ ਵੀ ਯਾਦ ਕਰਦੇ ਹੋ ਸੌਣ ਤੋਂ ਪਹਿਲਾਂ ਕਿ ਯਾਰ ਜਿਹੜੀ ਚੀਜ਼ ਮੈਂ ਅੱਜ ਨੋਟ ਕੀਤੀ ਸੀ ਉਹ ਕਿਹੜੀਆਂ ਸੀ, ਤਾਂ ਤੁਹਾਡੀ ਇਸ ਦੇ ਨਾਲ ਵੀ ਜਿਹੜੀ ਬ੍ਰੇਨ ਦੀ ਐਕਸਰਸਾਈਜ਼ ਹੈਗੀ ਆ ਉਹ ਬਹੁਤ ਜ਼ਿਆਦਾ ਐਕਸਰਸਾਈਜ਼ ਹੁੰਦੀ ਆ। ਕਿਉਂਕਿ ਅਸੀਂ ਬ੍ਰੇਨ ਨੂੰ ਐਕਸਰਸਾਈਜ਼ ਕਰਵਾ ਰਹੇ ਹਾਂ, ਜਿਵੇਂ ਜਿਮ ਦੇ ਵਿੱਚ ਐਕਸਰਸਾਈਜ਼ ਕਰਾ ਰਹੇ ਹਾਂ, ਅਸੀਂ ਇਸੇ ਤਰ੍ਹਾਂ ਬ੍ਰੇਨ ਨੂੰ ਐਕਸਰਸਾਈਜ਼ ਕਰਾ ਰਹੇ ਹਾਂ ਔਰ ਉਹਦੇ ਤੋਂ ਉਹ ਕੰਮ ਕਰਵਾ ਰਹੇ ਹਾਂ ਜਿਹੜੇ ਕੰਮ ਬ੍ਰੇਨ ਰੂਟੀਨ ਦੇ ਵਿੱਚ ਨਹੀਂ ਕਰਦਾ ਸੀ। ਤੁਸੀਂ ਪਹਿਲਾਂ ਵੀ ਚੀਜ਼ਾਂ ਦਾ ਯਾਦ ਰੱਖਦੇ ਹੋ ਕਿ ਅੱਜ ਮੈਂ ਗਿਆ ਸੀ ਬਾਜ਼ਾਰ 'ਚ ਇਹ ਸੀ, ਪਰ ਉਹਨਾਂ ਨੂੰ ਤੁਸੀਂ ਬਾਰ-ਬਾਰ ਰੀਕਾਲ ਨਹੀਂ ਕਰਦੇ। ਤੁਸੀਂ ਉਹਨਾਂ ਚੀਜ਼ਾਂ ਨੂੰ ਸਿਰਫ ਘਰੇ ਆ ਕੇ ਦੱਸ ਦਿੰਦੇ ਹੋ ਵੀ ਹਾਂ ਮੈਂ ਉੱਥੇ ਗਿਆ ਸੀ, ਆਹ ਸੀ। ਪਰ ਅਸੀਂ ਕੀ ਕਰਨਾ ਹੈਗਾ, ਜਿਹੜੀਆਂ ਚੀਜ਼ਾਂ ਯਾਦ ਕੀਤੀਆਂ ਨੇ ਇਹਨਾਂ ਨੂੰ ਬਾਰ-ਬਾਰ ਉਹਨਾਂ ਵੱਲ ਧਿਆਨ ਲਾਉਣਾ। ਦਿਨ ਦੇ ਵਿੱਚ ਕਈ ਵਾਰ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਯਾਦ ਰੱਖਣ ਦੀ ਤੇ ਪਲੱਸ ਉਹਨਾਂ ਨੂੰ ਦੁਬਾਰਾ ਚੇਤੇ ਕਰਨ ਦੀ, ਜਦੋਂ ਵੀ ਅਸੀਂ ਸ਼ਾਮ ਨੂੰ, ਦੁਪਹਿਰ ਨੂੰ। ਤਾਂ ਇਹ ਇੱਕ ਐਕਸਰਸਾਈਜ਼ ਹੋਏਗੀ ਤੁਹਾਡੀ ਬ੍ਰੇਨ ਦੀ। ਠੀਕ ਹੈ, ਵੀ ਮੈਂ ਪੜ੍ਹਿਆ ਸੀ ਕਿੰਨੀਆਂ ਹੋ ਗਈਆਂ ਬਈ ਪ੍ਰੋਫੈਸਰ ਸਾਹਿਬ, ਵੀ ਪੜ੍ਹਿਆ ਸੀ ਵੀ ਕਿ ਫੋਟੋਗ੍ਰਾਫਿਕ ਮੈਮਰੀ ਹੁੰਦੀ ਕਈਆਂ ਦੀ ਬਹੁਤ ਤੇਜ਼, ਇੱਕ ਵਾਰੀ ਮਾੜਾ ਦੇਖ ਲੈਣਾ ਆਪਣੇ ਆਪ ਹੀ ਯਾਦ ਰਹਿੰਦਾ ਕੁਝ, ਕਈ ਉਹ ਵੀ ਇਦਾਂ ਹੁੰਦਾ ਮੇਰਾ ਖਿਆਲ। ਹਾਂਜੀ
ਦੇਖੋ ਗੱਲ ਇਹ ਹੈ ਨਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਸੱਚ ਆ। ਉਹਨਾਂ ਨੇ ਕਿਸੇ ਨਾ ਕਿਸੇ, ਦੇਖੋ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਇਹ ਫੇਮਸ ਸੀ ਕਿ ਮਹਾਰਾਜਾ ਰਣਜੀਤ ਸਿੰਘ ਲਾਈਫ ਦੇ ਵਿੱਚ ਕਿਸੇ ਪਰਸਨ ਨੂੰ ਇੱਕ ਵਾਰ ਮਿਲ ਲੈਂਦੇ ਸੀ ਤਾਂ ਕਹਿੰਦੇ ਕਿ ਉਹ ਬੰਦਾ 40 ਸਾਲ ਬਾਅਦ ਵੀ ਮਿਲਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਦਾ ਨਾਮ ਵੀ ਪਤਾ ਹੁੰਦਾ ਸੀ ਤੇ ਉਹ ਘਟਨਾ ਵੀ ਪਤਾ ਹੁੰਦੀ ਸੀ। ਈਵਨ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਸਿਸਟਮ ਬਹੁਤ ਜ਼ਿਆਦਾ ਵਧੀਆ ਸੀਗਾ ਐਡਮਿਨਿਸਟ੍ਰੇਸ਼ਨ ਦਾ। ਜਿਵੇਂ ਅੱਜ ਕੱਲ ਸਿਸਟਮ ਚੱਲ ਰਿਹਾ ਕਿ ਉੱਪਰਲੇ ਲੈਵਲ ਦੇ ਉੱਪਰ ਸੈਂਟਰ ਗਵਰਨਮੈਂਟ ਆ, ਫਿਰ ਸਟੇਟ ਗਵਰਨਮੈਂਟ ਆ, ਫਿਰ ਡਿਸਟ੍ਰਿਕਟਸ ਨੇ, ਡਿਸਟ੍ਰਿਕਟ ਤੋਂ ਬਾਅਦ ਸਬ ਡਿਵੀਜ਼ਨ ਨੇ, ਸਬ ਡਿਵੀਜ਼ਨ ਤੋਂ ਬਾਅਦ ਪਿੰਡ ਨੇ, ਏਰੀਆਜ਼ ਨੇ। ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕਹਿੰਦੇ ਵੀ ਜਿੰਨੇ, ਕਿਉਂਕਿ ਨਾਮ ਡਿਫਰੈਂਟ ਸੀ, ਜਿਵੇਂ ਅਸੀਂ ਉਦੋਂ ਜਿਹੜੇ ਉਹਨਾਂ ਦੇ ਸੂਬੇਦਾਰ ਹੁੰਦੇ ਸੀ ਏਦਾਂ ਦੇ ਨਾਮ ਹੁੰਦੇ ਸੀ। ਕਹਿੰਦੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕੱਲੇ ਕੱਲੇ ਬੰਦੇ ਦਾ, ਜਿਹੜੀ ਕਿ ਗਿਣਤੀ ਸੈਂਕੜਿਆਂ ਵਿੱਚ ਸੀਗੀ ਬਣ ਜਾਂਦੀ, ਵੀ ਉੱਪਰਲੀ ਪੂਰੀ ਰਾਜ ਤੋਂ ਲੈ ਕੇ ਥੱਲੜੇ ਲੈਵਲ ਤੱਕ, ਜਿਹੜੇ ਪਿੰਡਾਂ ਲੈਵਲ ਤੱਕ ਜਿਹੜੇ ਪ੍ਰਮੁੱਖ ਹੁੰਦੇ ਸੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕੱਲੇ ਕੱਲੇ ਦਾ ਨਾਮ ਯਾਦ ਹੁੰਦਾ ਸੀ। ਔਰ ਆਪਣੇ ਟਾਈਮ ਦੇ ਵਿੱਚ ਵੀ ਕੁਛ ਇੱਕ ਬੰਦੇ ਹੋਏ ਨੇ ਜਿਨ੍ਹਾਂ ਬਾਰੇ ਮੈਂ ਮਿਲਿਆ ਨਹੀਂ ਪਰ ਸੁਣਿਆ, ਜਿਨ੍ਹਾਂ ਦੇ ਵਿੱਚ ਕਹਿੰਦੇ ਸਰਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਸੀ, ਉਹਨਾਂ ਬਾਰੇ ਵੀ ਮੈਂ ਯੂਨੀਵਰਸਿਟੀ ਜਦੋਂ ਪੜ੍ਹਦਾ ਸੀ ਤੇ ਮੇਰੇ ਦੋਸਤ ਦੱਸਦੇ ਵੀ ਟੌੜਾ ਸਾਹਿਬ ਕਿਸੇ ਬੰਦੇ ਨੂੰ ਮਿਲ ਲੈਣ ਇੱਕ ਵਾਰ ਤੇ ਕਹਿੰਦੇ ਵੀ ਉਹ ਦੁਬਾਰਾ ਬੰਦੇ ਦਾ ਬਾਈ ਨੇਮ ਦੱਸ ਦਿੰਦੇ ਆ ਕਿ ਫਲਾਨਾ ਸਿੰਘ ਤੂੰ ਆ। ਵੀ ਉਹਨਾਂ ਦੀ ਮੈਮਰੀ ਵੀ ਸ਼ਾਰਪ ਸੀਗੀ। ਵੀ ਹੁਣ ਵੀ ਬੰਦੇ ਹੈ ਜਿਨ੍ਹਾਂ ਦੀ ਮੈਮਰੀ ਬੜੀ ਸ਼ਾਰਪ ਆ, ਕਈ ਬੜੇ ਐਬਸੈਂਟ ਮਾਈਂਡਡ ਨੇ। ਉਹਦਾ ਕਾਰਨ ਇਹੀ ਆ ਕਿ ਜਦੋਂ ਅਸੀਂ ਇਹ ਲੋਕ, ਤੁਸੀਂ ਨੋਟ ਕੀਤਾ ਹੋਣਾ ਕਿ ਪੋਲੀਟੀਕਲ ਬੰਦੇ ਬੜੇ ਐਕਟਿਵ ਨੇ, ਕ੍ਰੀਏਟਿਵ ਬੰਦੇ ਬੜੇ ਐਕਟਿਵ ਨੇ, ਰਾਈਟਰ ਬੜੇ ਐਕਟਿਵ ਨੇ। ਕਾਰਨ ਇਹ ਆ ਕਿ ਇਹ ਬ੍ਰੇਨ ਤੋਂ ਕੰਮ ਲੈਂਦੇ ਆ, ਇਹ ਬ੍ਰੇਨ ਬਣਦੇ ਨੇ। ਜਿਹੜਾ ਬੰਦਾ ਕ੍ਰੀਏਟਿਵ ਨਹੀਂ ਹੈ ਲਾਈਫ ਦੇ ਵਿੱਚ, ਕ੍ਰੀਏਟਿਵ ਦਾ ਮਤਲਬ ਕੀ ਆ ਕਿ ਕੁਛ ਨਾ ਕੁਛ ਨਵਾਂ ਕਰਦੇ ਰਹਿਣਾ। ਤੇ ਜਿਹੜੇ ਬੰਦੇ ਰੂਟੀਨ ਲਾਈਫ ਜਿਉ ਰਹੇ ਨੇ, ਜਿਵੇਂ ਮੈਂ ਪਹਿਲਾਂ ਦੱਸਿਆ, ਇੱਕੋ ਹੀ ਰਸਤੇ ਤੋਂ ਰੋਜ਼ ਜਾ ਰਹੇ ਨੇ, ਉਹਨਾਂ ਦੀ ਮੈਮਰੀ ਵੀ ਉਨੀ ਕੁ ਹੀ ਡਿਵੈਲਪ ਹੋਣੀ ਹੈ ਕਿਉਂਕਿ ਉਹਨਾਂ ਨੇ ਆਪਣੇ ਬ੍ਰੇਨ ਨੂੰ ਐਕਸਟਰਾ ਕੰਮ ਜਾਂ ਨਵੇਂ ਕੰਮ ਕਰਵਾਏ ਨਹੀਂ, ਜਿਹਨੇ ਨਵੇਂ ਰਸਤੇ ਨਹੀਂ ਦੇਖੇ, ਨਵੀਆਂ ਮੰਜ਼ਿਲਾਂ ਨਹੀਂ ਦੇਖੀਆਂ। ਤਾਂ ਇਸ ਲਈ ਕੀ ਹੁੰਦਾ ਕਿ ਜਿਹੜੇ ਲੋਕ ਆਪਣੇ ਬ੍ਰੇਨ ਤੋਂ ਕੰਮ ਲੈਂਦੇ ਆ, ਉਹ ਬੰਦਿਆਂ ਦੀ ਜਿਹੜੀ ਹੈ ਮੈਮਰੀ ਰੀਅਲੀ ਸ਼ਾਰਪ ਹੁੰਦੀ ਆ। ਬ੍ਰੇਨ ਸਾਰਿਆਂ ਦਾ ਆਲਮੋਸਟ ਇੱਕੋ ਜਿਹਾ ਹੀ ਆ, ਸਾਰਿਆਂ ਦੇ ਵਿੱਚ ਇੱਕੋ ਜਿੰਨੀ ਤਾਕਤ ਆ, ਨੇਚਰ ਵੱਲੋਂ ਪਾਵਰ ਆ। ਇਹ ਨਹੀਂ ਹੁੰਦਾ ਕਿ ਆਪਾਂ ਕਹਿ ਦਿੰਦੇ ਫਲਾਣੇ ਦਾ ਦਿਮਾਗ ਬਹੁਤ ਤੇਜ਼ ਆ, ਉਹਦਾ ਦਿਮਾਗ ਨਹੀਂ ਤੇਜ਼ ਹੁੰਦਾ, ਉਹਨੇ ਆਪਣੇ ਦਿਮਾਗ ਦੀਆਂ ਐਕਸਰਸਾਈਜ਼ ਕਰਵਾ ਕੇ। ਜਿਵੇਂ ਦੇਖੋ ਬੌਰਨ ਵੀ ਅਸੀਂ ਹੁੰਨੇ ਆ ਤੇ ਕੋਈ ਬੰਦਾ ਜਿਮ ਜਾਂਦਾ, ਵਧੀਆ ਡਾਈਟ ਲੈਂਦਾ, ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦਾ, ਇਮਿਊਨਿਟੀ ਸਟਰੋਂਗ ਰੱਖਦਾ, ਉਹਦੀ ਬਾਡੀ ਜਿਹੜੀ ਆ ਬਹੁਤ ਵਧੀਆ ਹੁੰਦੀ ਆ। ਜਿਹੜਾ ਬੰਦਾ ਨਹੀਂ ਆਪਣੇ ਸਰੀਰ ਦਾ ਖਿਆਲ ਰੱਖਦਾ, ਉਹਦਾ ਸਰੀਰ ਜਿਹੜਾ ਹੈਗਾ ਵੀਕ ਹੁੰਦਾ। ਉਹ ਸੇਮ ਚੀਜ਼ ਹੈਗੀ ਆ ਇਹਦੇ ਉੱਪਰ, ਬ੍ਰੇਨ ਦੇ ਉੱਪਰ। ਤਾਂ ਹੁਣ ਆਪਣੀ ਪਹਿਲੀ ਐਕਸਰਸਾਈਜ਼ ਸੀਗੀ ਕਿ ਆਪਾਂ ਲੈਫਟ ਹੈਂਡ ਦੇ ਨਾਲ ਖਾਣਾ, ਮਾਰਨਿੰਗ ਬ੍ਰਸ਼ ਕੀਤਾ। ਉਸ ਤੋਂ ਬਾਅਦ ਇਹ ਐਕਸਰਸਾਈਜ਼ ਸੀਗੀ, ਸਿਪ ਵਾਲੀ ਐਕਸਰਸਾਈਜ਼ ਸੀ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਚੌਪਸਟਿਕਸ ਦੇ ਨਾਲ ਖਾਣਾ ਸ਼ੁਰੂ ਕਰੋ। ਉਸ ਤੋਂ ਨੈਕਸਟ ਐਕਸਰਸਾਈਜ਼ ਸੀਗੀ ਕਿ ਤੁਸੀਂ ਜੋ ਤੁਸੀਂ ਯਾਦ ਰੱਖ ਰਹੇ ਹੋ ਉਸ ਨੂੰ ਰੀਕਾਲ ਕਰਨਾ। ਫਿਰ ਇੱਕ ਸੀ ਜਿਹੜੀ ਐਕਸਰਸਾਈਜ਼ ਕਿ ਏਦਾਂ ਮੁੱਠੀ ਬੰਦ, ਘੁੱਟਣੀ 90 ਸੈਕਿੰਡ ਵਾਸਤੇ, ਤੇ ਜੇ ਰੀਕਾਲ ਕਰਨਾ ਹੈਗਾ ਤਾਂ ਲੈਫਟ ਹੈਂਡ ਵਾਲੀ ਇਹਨੂੰ 90 ਸੈਕਿੰਡ ਲਈ ਦਬਾ ਕੇ ਰੱਖਣਾ। ਔਰ ਲਾਸਟ ਐਕਸਰਸਾਈਜ਼ ਜਿਹੜੀ ਹੈ ਉਹ ਬੜੀ ਸਿੰਪਲ ਐਕਸਰਸਾਈਜ਼ ਆ ਕਿ ਦਿਨ ਦੇ ਵਿੱਚ 15 ਤੋਂ 20 ਮਿੰਟ ਆਪਣਾ ਜਿਹੜਾ ਹੈ ਹਾਰਟ ਰੇਟ ਕਿਸੇ ਐਕਸਰਸਾਈਜ਼ ਦੇ ਨਾਲ ਕਰਕੇ ਥੋੜਾ ਤੇਜ਼ ਕਰੋ, ਤੇ ਘੱਟੋ ਘੱਟ ਹਫ਼ਤੇ 'ਚ 4 ਦਿਨ ਜ਼ਰੂਰ ਕਰੋ। ਕਿਉਂਕਿ ਮੈਂ ਪਹਿਲਾਂ ਵੀ ਕਿਸੇ ਲੈਕਚਰ 'ਚ ਤੁਹਾਨੂੰ ਦੱਸਿਆ ਹੋਊ, ਪ੍ਰੋਬਲਮ ਉਦੋਂ ਆਉਂਦੀ ਹੈ ਸਾਡੇ ਬਾਡੀ ਪਾਰਟ ਨੂੰ ਜਦੋਂ ਦੋ ਚੀਜ਼ਾਂ ਸਹੀ ਨਹੀਂ ਪਹੁੰਚਦੀਆਂ ਉਸ ਔਰਗਨ ਤੱਕ। ਇੱਕ ਫਰੈਸ਼ ਆਕਸੀਜਨ ਤੇ ਦੂਜਾ ਫਰੈਸ਼ ਬਲੱਡ। ਤਾਜ਼ੀ ਆਕਸੀਜਨ ਤੇ ਫਰੈਸ਼ ਬਲੱਡ ਜਿਹੜਾ ਸਾਡੇ ਹਰ ਬਾਡੀ ਪਾਰਟ ਨੂੰ, ਉਹਦੀ ਸਪਲਾਈ ਬਹੁਤ ਜ਼ਰੂਰੀ ਆ। ਜਦੋਂ ਇਹ ਸਪਲਾਈ ਬੰਦ ਹੁੰਦੀ ਆ ਤਾਂ ਉਸ ਬਾਡੀ ਪਾਰਟ ਦੇ ਉੱਤੇ, ਜਿਵੇਂ ਮੰਨ ਲਓ ਆਕਸੀਜਨ ਦੀ ਸਪਲਾਈ ਘਟੀ ਨਹੀਂ ਤਾਂ ਤੁਹਾਡਾ ਸਿਰ ਦੁਖਣ ਲੱਗ ਗਿਆ, ਠੀਕ ਹੈ। ਅਸੀਂ ਕਹਿੰਦੇ ਨਹੀਂ ਕਿ ਬੰਦ ਕਮਰੇ 'ਚ ਜਾ ਕੇ ਘੁੱਟਣ ਮਹਿਸੂਸ ਕਰਦੇ ਹਾਂ, ਕਿਉਂਕਿ ਆਕਸੀਜਨ ਦੀ ਸਪਲਾਈ ਘਟ ਗਈ ਉੱਥੇ ਜਾ ਕੇ। ਤਾਂ ਬ੍ਰੇਨ ਨੂੰ ਫਰੈਸ਼ ਆਕਸੀਜਨ ਦੀ ਸਪਲਾਈ, ਫਰੈਸ਼ ਬਲੱਡ ਦੀ ਸਪਲਾਈ ਕਿਸੇ ਵੀ, ਵੈਸੇ ਤਾਂ ਓਵਰਆਲ ਬਾਡੀ ਲਈ ਜਾਂ ਹਾਰਟ ਲਈ ਵੀ ਉਦੋਂ ਪਹੁੰਚਦੀ ਹੈ ਜਦੋਂ ਤੁਸੀਂ ਉਹਨੂੰ ਪੰਪਿੰਗ ਜਿਹੜੀ ਹੈ ਉਹਦੀ ਤੇਜ਼ ਕਰ ਦੇਣ। ਤਾਂ ਉਹਦੇ ਲਈ ਤੁਹਾਨੂੰ 15 ਤੋਂ 20 ਮਿੰਟ ਕੋਈ ਨਾ ਕੋਈ ਮੋਡਰੇਟ ਐਕਸਰਸਾਈਜ਼, ਚਾਹੇ ਉਹ ਬ੍ਰਿਸਕ ਵਾਕ ਹੋ ਸਕਦੀ ਆ, ਚਾਹੇ ਜੋਗਿੰਗ ਹੋ ਸਕਦੀ ਆ, ਰਨਿੰਗ ਹੋ ਸਕਦੀ ਆ। ਇਹ ਤੁਹਾਡੀ ਕੈਪੈਸਿਟੀ ਦੇ ਅਕੋਰਡਿੰਗ, ਇਹ ਨਹੀਂ ਕਿ ਤੁਸੀਂ ਇਮੀਡੀਏਟਲੀ ਕਰਨਾ ਸ਼ੁਰੂ ਕਰ ਦਿਓ ਬਹੁਤ ਤੇਜ਼ੀ ਨਾਲ। ਤੇ ਵੈਸੇ ਜਦੋਂ ਤੁਸੀਂ ਵਾਕ ਕਰਦੇ ਹੋ, ਜੇ ਸਪੋਜ਼ ਕਰੋ ਵਾਕਿੰਗ ਬੜੀ ਵਧੀਆ ਐਕਸਰਸਾਈਜ਼ ਆ, ਉਹ ਕੋਈ ਵੀ ਏਜ ਗਰੁੱਪ ਦਾ ਬੰਦਾ ਕਰ ਸਕਦਾ। ਬਟ ਵਾਕਿੰਗ ਇਫੈਕਟਿਵ ਤਾਂ ਵਾ ਜੇਕਰ ਤੁਸੀਂ 1 ਮਿੰਟ ਦੇ ਵਿੱਚ 100 ਸਟੈਪਸ ਚੁੱਕਦੇ ਆ। ਜੇ ਤੁਹਾਡੇ ਸਟੈਪਸ 1 ਮਿੰਟ ਵਿੱਚ 100 ਨੇ ਤਾਂ ਵਾਕਿੰਗ ਜਿਹੜੀ ਆ ਬੈਸਟ ਆ। ਜੇ ਉਸ ਤੋਂ ਘੱਟ ਨੇ ਤਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਕਿ 1 ਮਿੰਟ ਦੇ ਵਿੱਚ 100 ਸਟੈਪ ਦੀ ਐਵਰੇਜ ਹੋਵੇ ਤੁਹਾਡੀ। ਉਹਦੇ ਨਾਲ ਤੁਸੀਂ ਫਿੱਟ ਵੀ ਹੋਵੋਗੇ, ਸਲਿਮ ਵੀ ਹੋਵੋਗੇ,
ਔਰ ਉਹ ਐਕਸਰਸਾਈਜ਼ ਉਸ ਨੂੰ ਅਸੀਂ ਪ੍ਰੋਪਰ ਐਕਸਰਸਾਈਜ਼ ਮੰਨਦੇ ਆ। ਜੇ ਬਹੁਤ ਸਲੋ ਕਰਦੇ ਹੋ ਉਹਦੇ ਵੀ ਬੈਨੀਫਿਟ ਨੇ, ਬਟ ਜੇ ਉਹਦੇ ਮੈਕਸਿਮਮ ਬੈਨੀਫਿਟਸ ਲੈਣੇ ਨੇ ਵਾਕ ਦੇ, ਤਾਂ 1 ਮਿੰਟ ਦੇ ਵਿੱਚ 100 ਸਟੈਪਸ ਦੀ ਜਿਹੜੀ ਐਵਰੇਜ ਹੋਣੀ ਚਾਹੀਦੀ ਆ। ਤਾਂ ਹਫਤੇ ਵਿੱਚ 4 ਵਾਰ ਮੋਡਰੇਟ ਐਕਸਰਸਾਈਜ਼, ਮਿਨੀਮਮ 4 ਵਾਰ, ਵੈਸੇ ਹੋ ਸਕਦਾ ਤਾਂ ਭਾਵੇਂ ਪੂਰਾ ਹਫਤੇ ਕਰ ਲਓ। 15 ਤੋਂ 20 ਮਿੰਟ ਕੋਈ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰੋ ਜਿਹਦੇ ਨਾਲ ਹਾਰਟ ਰੇਟ ਤੇਜ਼ ਹੋਵੇ, ਤੁਹਾਡੀ ਪੰਪਿੰਗ ਜਿਹੜੀ ਆ ਉਹ ਥੋੜੀ ਤੇਜ਼ ਹੋਵੇ, ਬ੍ਰੇਨ ਨੂੰ ਜਿਹੜੀ ਆ ਫਰੈਸ਼ ਆਕਸੀਜਨ ਦੀ ਸਪਲਾਈ ਜਿਹੜੀ ਆ 15-20 ਮਿੰਟ ਉਸ ਨੂੰ ਇਨਕਰੀਜ਼ ਕਰੋ। ਤਾਂ ਉਹ ਐਕਸਰਸਾਈਜ਼ ਜਿਹੜੀ ਆ ਬ੍ਰੇਨ ਨੂੰ ਓਵਰਆਲ ਤੁਹਾਡੇ ਬ੍ਰੇਨ ਨੂੰ ਹੈਲਦੀ ਕਰਦੀ ਆ। ਐਂਗਜ਼ਾਇਟੀ ਹੋਈ, ਸਟ੍ਰੈਸ ਹੋਈ, ਡਿਪਰੈਸ਼ਨ ਹੋਇਆ, ਇਹ ਤੋਂ ਵੀ ਦੂਰ ਰੱਖਦੀ ਆ। ਤੇ ਜੇ ਕੋਈ ਇਦਾਂ ਦੀ ਪ੍ਰੋਬਲਮ ਹੈ ਵੀ ਆ ਤਾਂ ਉਹਨੂੰ ਵੀ ਹੌਲੀ ਹੌਲੀ ਖਤਮ ਕਰਦੀ। ਬਸ ਇੰਨੀਆਂ ਹੀ ਐਕਸਰਸਾਈਜ਼ਸ ਨੇ, ਜ਼ਿਆਦਾ ਨਹੀਂ ਹੈ। ਤੇ ਜੇ ਤੁਹਾਨੂੰ ਇਹ ਔਖੀਆਂ ਲੱਗਦੀਆਂ ਤਾਂ ਫਿਲਹਾਲ ਤੁਸੀਂ 2 ਐਕਸਰਸਾਈਜ਼ਸ ਕਰ ਲਓ। ਇੱਕ ਮਾਰਨਿੰਗ ਦੇ ਵਿੱਚ ਜਿਹੜਾ ਬ੍ਰਸ਼ ਤੇ ਬ੍ਰੇਕਫਾਸਟ ਉਲਟੇ ਹੱਥ ਨਾਲ ਕਰਨਾ ਸ਼ੁਰੂ ਕਰ ਦਿਓ, ਤੇ ਇੱਕ ਹਫਤੇ ਵਿੱਚ 4 ਵਾਰ ਆਪਣੀ ਐਕਸਰਸਾਈਜ਼ ਕੋਈ ਕਰੋ ਜਿਹਦੇ ਨਾਲ ਹਾਰਟ ਰੇਟ ਤੁਹਾਡਾ ਤੇਜ਼ ਹੋਵੇ। ਤਾਂ ਫਿਲਹਾਲ ਤੁਸੀਂ ਇਹ 2 ਕਰ ਸਕਦੇ ਹੋ। ਜੇ ਤੁਸੀਂ ਤੀਜੀ ਐਡ ਕਰਨੀ ਆ ਬੱਚਿਆਂ ਲਈ, ਤਾਂ ਬੱਚਿਆਂ ਨੂੰ ਕਹੋ ਵੀ ਚੌਪਸਟਿਕਸ ਨਾਲ ਖਾਣਾ ਸ਼ੁਰੂ ਕਰ ਦਿਓ। ਬਾਕੀ ਐਕਸਰਸਾਈਜ਼ਸ ਜਿਹੜੀਆਂ ਨੇ ਤੁਸੀਂ ਬਾਅਦ ਵਿੱਚ ਐਡ ਕਰ ਲਿਓ। ਏਦਾਂ ਵਾਲੀ ਵੈਸੇ ਆ ਵੀ ਬੜੀ ਸੌਖੀ ਆ, ਤਾਂ ਤੁਸੀਂ ਡਰਾਇੰਗ ਰੂਮ 'ਚ ਬੈਠੇ ਵੀ ਕਰ ਸਕਦੇ ਆ ਏਦਾਂ। ਮੈਂ ਬਸ ਤਾਂ 3-4 ਇਹ ਵਾਰੀ ਬੜੀਆਂ ਕਰ ਵੀ ਲਈ ਸਿੰਪਲ ਡਾਕਟਰ ਸਾਹਿਬ। ਐਕਸਰਸਾਈਜ਼ਾਂ ਨੇ। ਪ੍ਰੋਫੈਸਰ ਮੈਂ ਤਾਂ 3-4 ਹਾਂਜੀ, ਵਾਰੀ ਇਹ ਕਰ ਬੜੀਆਂ ਵੀ ਲਿਆ ਸਿੰਪਲ ਏਦਾਂ। ਐਕਸਰਸਾਈਜ਼ਾਂ ਨੇ, ਹਾਂਜੀ। ਪਰ ਬਲਾਈਂਡ ਫੇਥ ਨਾਲ ਕਰਨੀ ਆ, ਵਹਿਮ ਨਹੀਂ ਕਰਨਾ। ਇਹ ਨਹੀਂ ਸੋਚਣਾ ਕਿ ਕੀ ਹੋਊ ਕੀ ਨਹੀਂ ਹੋਊਗਾ। ਤੁਸੀਂ ਬਲਾਈਂਡ ਫੇਥ ਨਾਲ ਇੱਕ ਵਾਰੀ ਕਰਨੀ ਆ, ਇਹਦੇ 'ਚ ਕੋਈ ਖਰਚਾ ਨਹੀਂ ਹੋਣਾ ਤੁਹਾਡਾ। ਇਹ ਵੀ ਐਡ ਕਰ ਲਓ ਵੀ। ਹਾਂਜੀ, ਤੇ ਹੁਣ ਤੁਸੀਂ ਮੈਨੂੰ ਕੁਐਸਚਨ ਪੁੱਛ ਸਕਦੇ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਨਹੀਂ ਜੀ, ਪਿਛਲੀ ਵਾਰੀ ਤੁਸੀਂ ਕਿਹਾ ਸੀ ਵੀ ਥਾਟ ਨੂੰ ਕਿਵੇਂ ਸਟਾਪ ਕਰਨਾ, ਉਹ ਮੈਂ ਆਪਣਾ ਪ੍ਰੈਕਟੀਕਲ ਕੀਤਾ। ਰੀਅਲੀ ਗੱਲ ਵਧੀਆ ਹੈਗੀ ਆ। ਜਾਂ ਤਾਂ ਤੁਸੀਂ ਸਾਹ ਅੰਦਰ ਲੈ ਕੇ ਜਾਂਦੇ ਆ, ਇਵੇਂ ਕਰਦੇ ਆ, ਜਾਂ ਆਊਟ ਕਰਦੇ ਨੇ ਜਿੱਦਾਂ, ਉਹ ਜਿਹੜੀ ਮੈਂ ਕੀਤਾ ਬਹੁਤ, ਉਹ ਜੀ ਮੈਨੂੰ ਚਾਂਸ ਮਿਲਦਾ ਕਰਨ ਨੂੰ, ਉਹ ਫੀਲ ਹੁੰਦਾ ਆਪਣੇ ਆਪ ਨੂੰ। ਹਾਂਜੀ,